दुध आगे दुध आगे अरदास मुखवा कलगी बाटे चो अमृत दे उसने एक अनोखी सांझ बनाई देखण नूं पंज प्यारे सी भर लगदे पाई पाई बाटे चो अमृत दे उसने एक अनोखी सांझ बनाई देखण नूं पंज प्यारे सी भर लगदे पाई पाई मर्यादा पंजा कक्कियां दी मर्यादा पंजा कक्कियां दी तुसी भुलियो जुबानी पढ़ के ना ओ तां कंडियां ते सुता सी मेरी कौम नूं कंडा रड़ के ना मुखवा कलगियां वाले दा अपने हेठ विछाए ने ओने अपने दीप बुझा के ते घर घर विच दीप जलाए ने ओने कौम दे कंडे चुग चुग के ते अपने हेठ विछाए ने ओने अपने दीप बुझा के ते घर घर विच दीप जलाए ने उसने पिता दी नेकी नूं उसने पिता दी नेकी नूं तुसी रोलो हथी फड़ के ना ओ तां कंडियां ते सुता सी मेरी कौम नूं कंडा रड़ के ना मुखवा कलगियां वाले दा
ਮਜ਼ਲੂਮਾਂ ਅਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ ਉਦੋਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਮੁਸ਼ਕਲ ਜਰਨੀ ਪੈਂਦੀ ਏ ਮਜ਼ਲੂਮਾਂ ਅਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ ਉਦੋਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਮੁਸ਼ਕਲ ਜਰਨੀ ਪੈਂਦੀ ਏ ਮੇਰਾ ਸੱਚਾ ਸਿੱਖ ਮਹਾਨੀਆਂ ਮੇਰਾ ਸੱਚਾ ਸਿੱਖ ਮਹਾਨੀਆਂ ਕਦੇ ਬੇਦੋਸ਼ਾਂ ਸਿਰ ਕੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁਕਵਾ ਕਲਗੀਆਂ ਵਾਲੇ ਦਾ ਮੁਕਵਾ ਕਲਗੀਆਂ ਵਾਲੇ ਦਾ ਸਿੱਖ ਸਦਕ ਨਿਭਾਉਂਦਾ ਤੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁਕਵਾ ਕਲਗੀਆਂ ਵਾਲੇ ਦਾ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੀ ਤਹਿਜ਼ੀਬ ਦੇ ਨਾਲ ਜੁੜ ਬੈਠੇ ਗੁਰੂ ਸਵਾਰੀ ਸਤਿਕਾਰਯੋਗ ਖਾਲਸਾ ਜੀ, ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਜੀ ਨੇ ਪਾਰ ਬਖਸ਼ਿਸ਼ ਕੀਤੀ ਹੈ। ਇਸ 84 ਲੱਖ ਜੂਨ ਦੇ ਵਿੱਚੋਂ ਸਰਬੋਤਮ ਜੂਨ ਮਨੁੱਖ ਦੀ ਬਖਸ਼ਿਸ਼ ਕਰਕੇ ਉਸ ਵਿੱਚ ਦਿੱਤੇ ਗਏ ਸਵਾਸਿਆਂ ਨੂੰ ਸਫਲ ਕਰਨ ਵਾਸਤੇ ਅਸੀਂ ਸਤਿਗੁਰੂ ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਅਸੀਂ ਭਾਗਾਂ ਵਾਲੇ, ਹਰ ਇੱਕ ਪ੍ਰਚਾਰਕ ਗੁਰੂ ਦਾ ਪਿਆਰਾ ਸਟੇਜ ਤੋਂ ਬੋਲਣ ਦਾ ਯਤਨ ਕਰਦਾ ਵੀ ਅਸੀਂ ਭਾਗਾਂ ਵਾਲੇ ਹਾਂ। ਮਨ ਵਿੱਚ ਸਵਾਲ ਪੈਦਾ ਹੁੰਦਾ ਵੀ ਬਾਕੀ ਲੋਕ ਭਾਗਾਂ ਵਾਲੇ ਨਹੀਂ, ਕਿ ਉਹਨਾਂ ਦੇ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ? ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਇੱਕ ਫੈਸਲਾ ਪਾਈ, ਤੁਸੀਂ ਭਾਗਾਂ ਵਾਲੇ ਕਿਉਂ ਹੋ? ਉਹਦਾ ਇੱਕ ਕਾਰਨ ਹੈ। ਅਸੀਂ ਤੇ ਤੁਸੀਂ ਭਾਗਾਂ ਵਾਲੇ ਕਿਉਂ ਹਾਂ, ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਸਵਾਲ ਪੈਦਾ ਹੁੰਦਾ ਨਾ ਮਨ ਵਿੱਚ ਵੀ ਹਰ ਇੱਕ ਪ੍ਰਚਾਰਕ ਕਹਿੰਦਾ ਅਸੀਂ ਭਾਗਾਂ ਵਾਲੇ, ਸਾਡੇ ਵਿੱਚ ਕੀ ਵਿਸ਼ੇਸ਼ਤਾ ਹੈ ਵੀ ਅਸੀਂ ਭਾਗਾਂ ਵਾਲੇ? ਬਾਕੀ ਲੋਕ ਵੀ ਤੇ ਵਸਦੇ ਦੁਨੀਆ ਵਿੱਚ, ਪਿੰਡ ਵਿੱਚ ਹੋਰ ਵੀ ਕਿੰਨੇ ਲੋਕ ਹੋਣਗੇ, ਇਲਾਕੇ ਵਿੱਚ ਹੋਰ ਵੀ ਕਿੰਨੇ ਲੋਕ ਹੋਣਗੇ, ਪਰ ਸਿੱਖੋ ਅਸੀਂ ਭਾਗਾਂ ਵਾਲੇ ਤਾਂ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਸਾਡੇ ਚੰਗੇ ਭਾਗ ਵੀ ਸਾਨੂੰ ਸਤ ਸੰਗ ਲੱਭ ਗਿਆ। ਹੁਣ ਇੱਥੇ ਆਏ ਆ, ਮਨ ਖਾਲੀ ਲੈ ਕੇ ਆਏ ਸੀ, ਇਥੋਂ ਬਾਣੀ ਦੇ ਨਾਲ ਭਰ ਕੇ ਕਿਵੇਂ ਲੈ ਜਾਣਾ ਇਹ ਹੁਣ ਸਾਡੇ ਤੇ ਹੈ। ਗੁਰੂ ਘਰ ਇੱਕ ਸ਼ੀਸ਼ਾ ਹੈ, ਜਿਹੋ ਜਿਹਾ ਅਸੀਂ ਚਿਹਰਾ ਲੈ ਕੇ ਆਏ ਉਹ ਜਿਹਾ ਸਾਨੂੰ ਇਥੋਂ ਦਿਸਣ ਦਾ ਯਤਨ ਕਰੇਗਾ। ਪਰ ਆਪਾਂ ਇਹ ਯਤਨ ਕਰਨਾ ਵੀ ਭਾਗਾਂ ਵਾਲੇ ਸੱਚਮੁੱਚ ਹੀ ਬਣ ਕੇ ਜਾਣਾ ਹੈ। ਚੰਗੇ ਨਸੀਬਾਂ ਦੀ ਗੱਲ ਹੈ, ਪਿੰਡ ਦੇ ਵਿੱਚ ਹੋਰ ਵੀ ਕਿੰਨੇ ਲੋਕ ਹੋਣਗੇ ਪਰ ਉਹਨਾਂ ਦੇ ਭਾਗਾਂ ਵਿੱਚ ਸਤ ਸੰਗ ਨਹੀਂ। ਤੁਸੀਂ ਪਤਾ ਨਹੀਂ ਕਿੰਨੇ ਕੁ ਪੁਰਬਲੇ ਚੰਗੇ ਕਰਮ ਕੀਤੇ ਵੀ ਪਾਤਸ਼ਾਹ ਨੇ ਤੁਹਾਨੂੰ ਆਪਣੀ ਗੋਦ ਵਿੱਚ ਆਪ ਆਵਾਜ਼ ਮਾਰ ਕੇ ਬਿਠਾਇਆ। ਇਸ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੋਵੇਗੀ? ਚੰਗੇ ਭਾਗਾਂ ਦੀ ਮੈਂ ਸਮਝਦਾ ਇਹ ਤੋਂ ਵੱਡੀ ਕੋਈ ਡੈਫੀਨੇਸ਼ਨ ਨਹੀਂ, ਕੋਈ ਪਰਿਭਾਸ਼ਾ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਸੀ ਝੁਕਾਓ, ਗੁਰ ਫਤਿਹ ਦੀ ਸਾਂਝ ਪਾਈਏ। ਇੱਕ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਸੰਤ ਡਾਕਟਰ ਬਾਬਾ ਗੁਰਨਾਮ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਨਾਲ ਇੱਕ ਐਸਾ ਪ੍ਰਕਰਨ ਆਰੰਭ ਕਰ ਦਿੱਤਾ ਕਿ ਮੈਂ ਉਸੇ ਪ੍ਰਕਰਨ ਨੂੰ ਅੱਗੇ ਲੈ ਕੇ ਚੱਲਾਂਗਾ। ਉਹਨਾਂ ਨੇ ਬੜੀਆਂ ਗਿਆਨਵਾਨ ਗੱਲਾਂ, ਬੜੀਆਂ ਡੀਪਲੀ ਤੇ ਬਾਣੀ ਦੀਆਂ ਡੂੰਘਾਈ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਹਨਾਂ ਤੋਂ ਪਹਿਲਾਂ ਗਿਆਨੀ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਹੁਕਮ ਸਾਡੇ ਤੱਕ ਇੱਕ ਮੋਬਾਈਲ ਦੇ ਜ਼ਰੀਏ ਪਹੁੰਚਾਇਆ, ਉਹਨਾਂ ਨੇ ਦਸਮ ਪਾਤਸ਼ਾਹ ਜੀਵਨ ਚੋਂ ਕੋਈ ਪ੍ਰਸੰਗ ਕਿਹਾ। ਮੈਂ ਇਹਨਾਂ ਦੋਵਾਂ ਪ੍ਰਸੰਗਾਂ ਨੂੰ ਉਧਾਰ ਬਣਾਉਣ ਲੱਗਾ। ਇੱਕ ਤਾਂ ਜੋ ਭਾਈ ਸੁਰਿੰਦਰ ਸਿੰਘ ਜੀ ਛੇੜ ਗਏ, ਤੇ ਇੱਕ ਜਿਹੜੇ ਬਚਨ ਬਾਬਾ ਗੁਰਨਾਮ ਸਿੰਘ ਸਾਹਿਬ ਜੀ ਕਰ ਗਏ, ਬੜੇ ਡੂੰਘਾਈ ਵਾਲੇ ਸ਼ਬਦ ਸੀ। ਮੈਂ ਇੱਕ ਵਣਗੀ ਦਸਮੇਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਇਤਿਹਾਸ ਦਾ ਉਹ ਪੰਨਾ ਆਪ ਜੀ ਨਾਲ ਸਾਂਝਾ ਕਰਨ ਲੱਗਾ, ਜਿਹੜਾ ਬਹੁਤ ਹੀ ਘੱਟ ਸਟੇਜਾਂ ਤੇ ਆਇਆ। ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਆਇਆ, ਪਰ ਬਹੁਤ ਹੀ ਘੱਟ ਆਇਆ ਹੋਵੇਗਾ। ਆਪ ਜੀ ਨੇ ਬਹੁਤ ਘੱਟ ਸੁਣਿਆ ਹੋਵੇਗਾ। ਮੈਂ ਬਹੁਤੀ ਲਾਂਭੇ ਦੀ ਵਿਚਾਰ ਨਹੀਂ ਕਰਨੀ, ਸਮਾਂ ਬੜਾ ਕੀਮਤੀ ਹੈ। ਇਹ ਨਾ ਸਮਝਿਆ ਕਰੋ ਵੀ ਅਸੀਂ ਆਪਣੇ ਕੀਮਤੀ ਸਮਾਂ ਕੱਢ ਕੇ ਇੱਥੇ ਆਏ। ਨਹੀਂ ਸਿੱਖੋ, ਜਿਹੜਾ ਗੁਰੂ ਦਰਬਾਰ ਦੀ ਦਹਲੀਜ਼ ਤੋਂ ਪਿੱਛੇ ਸਮਾਂ ਸੀ ਨਾ,
ਉਹ ਸਾਡਾ ਵਿਅਰਥ ਸੀ, ਉਹ ਸਾਡਾ ਅਜਾਈ ਜਾ ਰਿਹਾ ਸੀ। ਉਹ ਕੀਮਤੀ ਸਮਾਂ ਥੋੜਾ ਸੀ, ਕੀਮਤੀ ਸਮਾਂ ਤੇ ਇਹ ਹੈ ਜਿੱਥੇ ਤੁਸੀਂ ਬੈਠ ਗਏ ਹੋ। ਹੁਣ ਇਹਨੂੰ ਆਪਾਂ ਹੋਰ ਕੀਮਤੀ ਕਿਵੇਂ ਬਣਾਉਣਾ, ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਵਿੱਚ। ਪਟਨਾ ਸਾਹਿਬ ਦੀ ਧਰਤੀ ਹੈ, ਇਸ ਪਟਨਾ ਸਾਹਿਬ ਦੀ ਧਰਤੀ ਦੇ ਇੱਕ ਘਰ ਹੈ ਜਿਸ ਘਰ ਦਾ ਮਾਲਕ ਹੈ ਸਾਲਸਰਾਏ ਜੌਹਰੀ। ਕਦੇ ਇਸ ਪਟਨਾ ਸਾਹਿਬ ਦੀ ਮੁਬਾਰਕ ਸਥਾਨ ਤੇ ਇਸ ਸਾਲਸਰਾਏ ਜੌਹਰੀ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੇ ਮੁਬਾਰਕ ਚਰਨ ਪਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜ਼ਿੰਦਗੀ ਵਿੱਚ ਕੋਈ ਟਰੈਵਲ ਕੀਤਾ, ਸਫ਼ਰ ਕੀਤਾ। ਜੇ ਸਫ਼ਰ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਸੀ ਦਾ ਨਾਮ ਦਿੱਤਾ, ਉਦਾਸੀ ਦਾ। ਉਹ ਕਹਿੰਦੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਗੁਰੂ ਨਾਨਕ ਪਾਤਸ਼ਾਹ ਸਾਲਸਰਾ ਜੌਹਰੀ ਦੇ ਘਰ ਨੇ। ਉਸ ਤੋਂ ਪਹਿਲਾਂ ਮੈਂ ਚੰਦ ਸ਼ਬਦ ਕਹਿ ਕੇ ਤੇ ਕਵਣਗੀ ਢਾਡੀ ਸਿੰਘਾਂ ਤੋਂ ਕਹਾਉਣ ਲੱਗਾ ਹੈ। ਗੁਰੂ ਨਾਨਕ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਯਾਤਰਾ ਕੀਤੀਆਂ, ਉਦਾਸੀਆਂ ਕੀਤੀਆਂ, ਔਰ ਉਦਾਸੀਆਂ ਦਾ ਸਫ਼ਰ ਬੜਾ ਵੱਡਾ। ਇੱਕ ਉਦਾਸੀ ਦਾ ਸਫ਼ਰ ਸਾਂਝਾ ਕਰਕੇ ਮੈਂ ਗਾਂ ਚੱਲਣ ਦਾ ਯਤਨ ਕਰਾਂ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਤੇ ਪਿੰਡਾਂ ਦਾ ਸਫ਼ਰ ਕਰਦੇ ਹੋਏ ਲਗਭਗ 56 ਸ਼ਹਿਰਾਂ ਦਾ ਦੌਰਾ ਕਰਦੇ ਹੋਏ ਨਿੱਕੇ ਮੋਟੇ ਪਿੰਡ ਕਸਬੇ ਕਿੰਨੇ ਆਏ, ਕੋਈ ਗਿਣਤੀ ਨਹੀਂ। ਤੇ ਗੁਰੂ ਨਾਨਕ ਮਹਾਰਾਜ ਉਸ ਪਾਵਨ ਸਥਾਨ ਤੇ ਆਏ ਜਿੱਥੋਂ ਪਾਤਸ਼ਾਹ ਨੇ ਆਪਣੇ ਜੀਵਨ ਨੂੰ ਆਰੰਭ ਕੀਤਾ, ਯਾਤਰਾ ਨੂੰ ਆਰੰਭ ਕੀਤਾ। ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰੇ, ਵਿਚਾਰ ਬਣਾਇਆ ਕਿ ਲਾਹੌਰ ਦੀ ਧਰਤੀ ਤੇ ਉਦਾਸੀਆਂ ਆਰੰਭ ਕਰ ਦਿੱਤੀਆਂ ਜਾਣ। ਪਿੰਡਾਂ ਵਿੱਚੋਂ ਹੁੰਦੇ ਪਹੁੰਚੇ ਲਾਹੌਰ, ਲਾਹੌਰ ਤੋਂ ਰਾਏਪੁਰ ਦੀ ਤਲਵੰਡੀ, ਰਾਏਪੁਰ ਦੀ ਤਲਵੰਡੀ ਤੋਂ ਸੈਦਪੁਰ, ਸੈਦਪੁਰ ਤੋਂ ਹਰਿਦੁਆਰ, ਹਰਿਦੁਆਰ ਤੋਂ ਅਲਮੋੜਾ, ਅਲਮੋੜੇ ਤੋਂ ਗੋਰਖਮਤਾ, ਗੋਰਖਮਤੇ ਤੋਂ ਅਯੁੱਧਿਆ, ਅਯੁੱਧਿਆ ਤੋਂ ਪ੍ਰਯਾਗ, ਪ੍ਰਯਾਗ ਤੋਂ ਬਨਾਰਸ, ਬਨਾਰਸ ਤੋਂ ਗਿਆ, ਗਿਆ ਤੋਂ ਗੁਹਾਟੀ, ਗੁਹਾਟੀ ਦੇ ਮਣੀਪੁਰ ਦੇ ਰਸਤੇ ਸਿਲਟ, ਸਿਲਟ ਤੋਂ ਢਾਕਾ, ਢਾਕਾ ਤੋਂ ਨਦੀਆਂ, ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ, ਮੇਦਨੀਪੁਰ ਤੋਂ ਪੁਰੀ, ਪੁਰੀ ਤੋਂ ਬੇਦਵਾੜਾ, ਬੇਦਵਾੜਾ ਤੋਂ ਗੰਤੂਰ, ਗੰਤੂਰ ਤੋਂ ਕੁੜਾਪਾ, ਕੁੜਾਪਾ ਤੋਂ ਰਮੇਸ਼ਵਰ, ਰਮੇਸ਼ਵਰ ਤੋਂ ਸਿੰਗਲਾਦੀਪ, ਸਿੰਗਲਾਦੀਪ ਤੋਂ ਕੋਚੀਨ, ਕੋਚੀਨ ਤੋਂ ਪਾਲਕਾੜ, ਪਾਲਕਾੜ ਤੋਂ ਨੀਲਗਿਰੀ, ਨੀਲਗਿਰੀ ਤੋਂ ਸ਼੍ਰੀ ਰੰਗਾਪਟਮ, ਸ਼੍ਰੀ ਰੰਗਾਪਟਮ ਤੋਂ ਮਲਕਰਾਜਨ ਮੰਦਰ, ਮਲਕਰਾਜਨ ਮੰਦਰ ਤੋਂ ਪਾਂਦਰਪੁਰ, ਪਾਂਦਰਪੁਰ ਤੋਂ ਬਾਰਸੀ, ਬਾਰਸੀ ਤੋਂ ਪੂਨਾ, ਪੂਨਾ ਤੋਂ ਨਾਸਕ, ਨਾਸਕ ਤੋਂ ਔਰੰਗਾਬਾਦ, ਔਰੰਗਾਬਾਦ ਤੋਂ ਓਂਕਾਰ ਮੰਦਰ, ਓਂਕਾਰ ਮੰਦਰ ਤੋਂ ਉਜੈਨ, ਉਜੈਨ ਤੋਂ ਬੜੌਦਾ, ਬੜੌਦਾ ਤੋਂ ਭਾਵਨਗਰ, ਭਾਵਨਗਰ ਤੋਂ ਪਾਲੀਟਾਣਾ, ਪਾਲੀਟਾਣਾ ਤੋਂ ਸੋਮਨਾਥ, ਸੋਮਨਾਥ ਤੋਂ ਦੁਆਰਕਾ, ਦੁਆਰਕਾ ਤੋਂ ਓਖਾ ਬੰਦਰ, ਓਖਾ ਬੰਦਰ ਤੋਂ ਮਾਂਡਵੀ ਬੰਦਰ, ਮਾਂਡਵੀ ਬੰਦਰ ਤੋਂ ਪੁੱਜ, ਪੁੱਜ ਤੋਂ ਅੰਜਾਰ, ਅੰਜਾਰ ਤੋਂ ਬੀਸਨਗਰ, ਬੀਸਨਗਰ ਤੋਂ ਆਬੂ, ਆਬੂ ਤੋਂ ਨਾਥ ਦੁਆਰਾ, ਨਾਥ ਦੁਆਰਾ ਤੋਂ ਚਤੌੜ, ਚਤੌੜ ਤੋਂ ਜਮੇਰ, ਜਮੇਰ ਤੋਂ ਪੁਸ਼ਕਰ, ਪੁਸ਼ਕਰ ਤੋਂ ਮਥੁਰਾ, ਮਥੁਰੇ ਤੋਂ ਦਿੱਲੀ, ਦਿੱਲੀ ਤੋਂ ਪਾਣੀਪਤ, ਪਾਣੀਪਤ ਤੋਂ ਪਿਹੋਵਾ, ਪਿਹੋਵੇ ਤੋਂ ਸਰਸਾ ਤੇ ਸਰਸੇ ਤੋਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਮਹਾਰਾਜ ਆਏ। ਇਹਨਾਂ 56 ਸ਼ਹਿਰਾਂ ਤੇ ਨਿੱਕੇ ਮੋਟੇ ਕਸਬਿਆਂ ਪਿੰਡਾਂ ਵਿੱਚ ਬਾਬਾ ਨਾਨਕ ਸਾਹਿਬ ਨੇ ਕੀਤਾ ਕੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕੋ ਪੰਕਤੀ ਦੀ ਮੋਹਰ ਲਾ ਕੇ ਮੈਂ ਪ੍ਰਕਰਨ ਨੂੰ ਆਰੰਭ ਕਰ ਲੱਗਾ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਪਾਤਸ਼ਾਹ ਨੇ ਸਫ਼ਰ ਦੇ ਵਿੱਚ ਡੁੱਬੀ ਹੋਈ ਮਨੁੱਖਤਾ ਦਾ ਭਲਾ ਕੀਤਾ। ਉਹੋ ਹੀ ਇਹ ਘਰ ਹੈ ਸਾਲਸਰਾ ਜੌਹਰੀ ਦਾ, ਜਿੱਥੇ ਕਦੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਮਹਾਰਾਜ ਆਏ, ਤੇ ਉਹੋ ਹੀ ਇਹ ਸਾਲਸਰਾ ਜੌਹਰੀ ਦਾ ਘਰ ਪਟਨਾ ਸਾਹਿਬ ਦੀ ਧਰਤੀ ਤੇ ਹੈ ਜਿੱਥੇ ਕਦੇ 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਏ। ਮਹਾਰਾਜ ਨੇ ਪਰਿਵਾਰ ਇੱਥੇ ਆਪਣਾ ਛੱਡ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਦੀ ਧਰਤੀ ਨੂੰ ਪ੍ਰਚਾਰਕ ਫੇਰੀ ਵਾਸਤੇ ਚਲੇ ਗਏ। ਇਧਰੋਂ ਮਾਮਾ ਕਿਰਪਾਲ ਚੰਦ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਇਸ ਘਰ ਦੇ ਵਿੱਚ ਠਹਿਰੇ ਹੋਏ ਨੇ। ਉਹ ਸਮਾਂ ਵੀ ਆਇਆ ਜਦੋਂ 9ਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਇੱਕ ਬਾਲ ਪ੍ਰਗਟ ਹੋਇਆ, ਜਿਨ੍ਹਾਂ ਦੀ ਪਰਥਾਏ ਦੂਜੇ ਭਾਈ ਗੁਰਦਾਸ ਸਿੰਘ ਕਹਿੰਦੇ ਨੇ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਸਤਿਗੁਰਾਂ ਦੀ ਆਮਦ ਉੱਤੇ ਕਿਵੇਂ ਪਟਨੇ ਸ਼ਹਿਰ ਦੀਆਂ ਗਲੀਆਂ ਨੇ ਖੁਸ਼ੀਆਂ ਮਨਾਈਆਂ, ਕਿਵੇਂ ਕੁਮਲਾਈਆਂ ਹੋਈਆਂ ਕਲੀਆਂ ਦੇ ਉੱਤੇ ਰੌਣਕਾਂ ਆਈਆਂ, ਕਿਵੇਂ ਭੀਖਮ ਸ਼ਾਹ ਵਰਗੇ ਤਰੇ, ਕਿਵੇਂ ਪੰਡਤ ਸ਼ਿਵਦੱਤ ਵਰਗਿਆਂ ਝੁਕ ਝੁਕ ਕੇ ਸਿਰ ਝੁਕਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲੀ ਕਵਿਤਾ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ। ਦਰਅਸਲ ਇਸ ਕਵਿਤਾ ਰਾਹੀਂ ਆਪ ਜੀ ਨੂੰ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਜਾ ਰਹੀ ਹੈ। ਬੜੇ ਪਿਆਰ ਨਾਲ ਸਰਵਣ ਕਰਨ ਦਾ ਯਤਨ ਕਰਨਾ। ਪਟਨਾ ਸਾਹਿਬ ਦੀ ਪਾਵਨ ਧਰਤੀ ਉੱਤੇ ਬਾਜਾਂ ਵਾਲੇ, ਤਾਜਾਂ ਵਾਲੇ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਆਓ ਉਸ ਵੇਲੇ ਦੀ ਇੱਕ ਸੁੰਦਰ ਵੰਨਗੀ ਢਾਡੀ ਸਿੰਘ ਆਪ ਜੀ ਨਾਲ ਸਾਂਝੀ ਕਰ ਰਿਹਾ ਹੈ। ਪਿਆਰ ਨਾਲ ਸਰਵਣ ਕਰੀਏ।
ਦੀ ਸੱਤਵੀਂ ਆਈ ਘਰ ਘਰ ਵਿੱਚ ਹੋਈ ਰੁਸ਼ਨਾਈ ਪੋਸ ਦੀ ਸੱਤਵੀਂ ਆਈ ਘਰ ਘਰ ਵਿੱਚ ਹੋਈ ਰੁਸ਼ਨਾਈ ਠੱਲ ਜ਼ੁਲਮਾਂ ਨੂੰ ਪਾਉਣ ਲਈ ਦਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਗਲੀ ਗਲੀ ਵਿੱਚ ਲਹਿਰ ਖੁਸ਼ੀਆਂ ਦੀ ਵਸ ਪਈ ਟੈਕ ਪੈਨ ਫੁੱਲ ਕਮਲਾਈ ਕਹਲੀ ਹੱਸ ਪਈ ਗਲੀ ਗਲੀ ਵਿੱਚ ਲਹਿਰ ਖੁਸ਼ੀਆਂ ਦੀ ਵਸ ਪਈ ਟੈਕ ਪੈਨ ਫੁੱਲ ਕਮਲਾਈ ਕਹਲੀ ਹੱਸ ਪਈ ਇਹ ਪਰਮ ਪੁਰਖ ਕਾ ਦਾਸਾ ਤੱਕ ਤੱਕ ਕੇ ਜਗਤ ਤਮਾਸ਼ਾ ਲਾਉਣ ਜ਼ੁਲਮਾਂ ਦੇ ਜੱਗ ਤੋਂ ਸਥਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਝੁਕ ਕੇ ਨਮਾਜ਼ ਨੀਤੀ ਭੀਖਮ ਦੇ ਪੀਰਾਂ ਨੇ ਸੀਸ ਹੈ ਝੁਕਾਇਆ ਵੱਡੇ ਵੱਡੇ ਸੂਰਬੀਰਾਂ ਨੇ ਝੁਕ ਕੇ ਨਮਾਜ਼ ਨੀਤੀ ਭੀਖਮ ਦੇ ਪੀਰਾਂ ਨੇ ਸੀਸ ਹੈ ਝੁਕਾਇਆ ਵੱਡੇ ਵੱਡੇ ਸੂਰਬੀਰਾਂ ਨੇ ਜੋ ਕਰਦੇ ਸੀ ਮਲਿਆਈਆਂ ਉਹਨਾਂ ਨੂੰ ਕੰਬਲੀਆਂ ਆਈਆਂ ਝੂਠ ਮੁੱਕਿਆ ਤੇ ਸੱਚ ਦਾ ਭੰਡਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪੁਜਾਰੀ ਅਤੇ ਪੁੱਤਰ ਅਕਾਲ ਦਾ ਦੁਨੀਆ ਤੇ ਐਸੀ ਕੋਈ ਕੱਲ ਨਾ ਕਾਲ ਦਾ ਤੇਗ ਦਾ ਪੁਜਾਰੀ ਅਤੇ ਪੁੱਤਰ ਅਕਾਲ ਦਾ ਦੁਨੀਆ ਤੇ ਐਸੀ ਕੋਈ ਕੱਲ ਨਾ ਕਾਲ ਦਾ ਹੈ ਭਗਤੀ ਦਾ ਖਜ਼ਾਨਾ ਜਗ ਨਾਲੋਂ ਵੱਖਰੀਆਂ ਸ਼ਾਨਾਂ ਨਾਮ ਗੋਬਿੰਦ ਤੇ ਆਪ ਕਰਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੋਈ ਸਮੇਂ ਬਾਅਦ ਪਟਨਾ ਸਾਹਿਬ ਦੀ ਧਰਤੀ ਤੇ ਆਏ। ਇਹਨੇ ਚਿਰ ਨੂੰ ਪਾਤਸ਼ਾਹ ਜੀ ਦਾ ਨਾਮਕਰਨ ਹੋ ਚੁੱਕਾ ਸੀ, ਗੋਬਿੰਦ ਰਾਏ ਰੱਖਿਆ ਗਿਆ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਲ ਲੈ ਕੇ, ਸਮੁੱਚੇ ਪਰਿਵਾਰ ਨੂੰ ਨਾਲ ਲੈ ਕੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਆ ਗਏ। ਮੈਂ ਸੰਖੇਪ ਜਿਹਾ ਇਸ਼ਾਰਾ ਇਤਿਹਾਸ ਦਾ ਅਲੌਕਿਕ ਔਰ ਲਸਾਨੀ ਪੰਨਾ ਆਪ ਜੀ ਨਾਲ ਸਾਂਝਾ ਕਰਨ ਲੱਗਾ ਹਾਂ। ਕਲਗੀਧਰ ਪਾਤਸ਼ਾਹ ਦੀ ਉਮਰ ਉਦੋਂ ਲਗਭਗ ਪੌਣੇ 9 ਸਾਲ ਦੀ ਜਦੋਂ ਕਸ਼ਮੀਰੀ ਪੰਡਤ ਆਏ। ਇਹਨਾਂ ਇੱਕ ਤਰਲਾ ਲਿਆ ਸੀ, ਆਖਿਆ ਸੀ ਮਹਾਰਾਜ ਜੇ ਸਾਡੀ ਅੱਜ ਬਾਂਹ ਨਹੀਂ ਨਾ ਫੜਦੇ, ਸਤਿਗੁਰੂ ਨਾ ਸਾਡਾ ਤਿਲਕ ਬਚੇਗਾ, ਨਾ ਜੰਜੂ, ਨਾ ਸਾਡੀ ਬੋਦੀ, ਨਾ ਟਿੱਕਾ। ਪਾਤਸ਼ਾਹ ਇੱਥੋਂ ਤੱਕ ਵੀ ਸਾਡੇ 68 ਤੀਰਥ ਵੀ ਖਤਮ ਹੋ ਜਾਣਗੇ। ਹਿੰਦੂ ਧਰਮ ਵਾਲਿਆਂ ਦੇ 68 ਪੰਗ ਜਵਾਲਾਮੁਖੀ, ਜਗਨਨਾਥ ਤਾਪਤੀ, ਤਾਮਰ ਪ੍ਰਾਣੀ, ਤੁੰਗ ਭਦਰਾ, ਦਵਾਰਕਾ ਦੀ ਸ਼ਾਸਮ ਮੇ ਦਰੀ ਦਵਤੀ ਧਾਰਾ, ਨਰਮਦਾ ਨੈਮਿਸ, ਨਾਗ ਤੀਰਥ, ਪ੍ਰਿਥੂ ਦਕ, ਪੁਸ਼ਕਰ, ਪ੍ਰਯਾਗ, ਭਾਦਰੇਸ਼ਵਰ, ਭੀਮੇਸ਼ਵਰ, ਪ੍ਰਿਗ, ਤੁਗ, ਮਹਾਕਾਲ, ਮਹਾਬੁੱਧ, ਮਥਰਾ, ਮਾयापुरी, मान सरोवर, मंदाकिनी, विद सता, विंध्या, व्यासमिल, मेश्वर, वेत्रवती, यमुना, रमेश्वर, बद्रीनाथ। उन्हें कहा महाराज साढ़े 68 तीर्थ भी औरंगजेब मिट्टी विच मिला के रख देगा जे साडी अज बांह ना फड़ी। दसम पातशाह ने पौने 9 साल की अवस्था में अपने पिता जी नूं तोरिया ते गुरु तेग बहादुर साहब शहीद होए। पातशाह जी के शहीद होने तो बाद गुरता गद्दी की जिम्मेवारी दसम पातशाह कोल आ गई। गुरु कलगीधर पातशाह की हयाती अपने समय अनुसार चलती रही। वह भी वक्त आया जदों कदे नाहन रियासत के राजे की अपने गवांढी राजे नाल विगड़ गई तो पातशाह उसका फैसला कराउण वास्ते पाउंटा साहिब की धरती हिमाचल प्रदेश वाल गए। पाउंटा साहिब सिखो एक ऐसा स्थान है जिहदे पैरां दे विचों दी जमुना खह के लंघदी है। मैं कुछ दिन पहला उस पावन स्थान के कुछ समा पहला दिसंबर के महीने में दर्शन दिदारे करके आया। पाउंटा साहिब की धरती के बड़े कौतक दसम पातशाह ने किए। इत्थे गुरु गोबिंद सिंह महाराज के कवि हाज़र होए ते कवियां नूं बड़ा वड्डा महाराज ने सन्मान दिता। इन्ना वड्डा सन्मान एक दिन कवि इकट्ठे होकर ते गुरु गोबिंद सिंह महाराज के कोल आ गए। मैं इत्थे एक बेनती कर लगा, जिहड़ी हुण मैं बेनती कर लगा ना सिखो, इनू बड़े प्यार नाल ते बड़ी गहराई नाल वाचियो, क्योंकि इहो ही शब्द अखीर ते जाके प्रसंग दा रिजल्ट बन गए। मेरे तो पहला बाबा गुरनाम सिंह जी उन्होंने एक हौमे का विषय छेड़िया सी कि बंदे की हौमे खत्म हो जाए तो गुरु की प्राप्ति हो जाती है, शब्द के नाम नाल ओदा आउण जाण सुधर जाता है। मैं उस प्रकरण नूं लैके चलिया भी गुरु दरबार विच हौमे प्रवान नहीं, इत्थे निमरता वालियां दियां सदा झोलियां भरदियां ने। जिवें मेरे तो पहला तुसीं ज्ञानी सुरिंदर सिंह जी पासों भी वो प्रसंग नूं बड़ी भावना नाल सरवण कीता है। बेनती कर रहा सां कि कवि महाराज दे कोल पाउंटा साहिब की धरती दे इकट्ठे होए, आके आख्या पातशाह साडा टिकाणा यमुना के कंढे उत्ते, सतगुरु जदों असीं कविता लिखदे हां ना ते सानूं एकाग्रता चाहिदी है। पंचम पातशाह कहंदे ने प्रभ की उस्तत करो संत मीत, सावधान एकाग्रचीत। कि सिखा जे रब की वडियाई करनी है, रब की बंदगी इबादत करनी है तो तेरा मन भी एकाग्र होवे ते तेरा शरीर सावधान होवे, जानी कि तेरे लागे कोई हिलजुल भी नहीं चाहिए। कवि कहते महाराज साडा टिकाणा जमुना के कंढे उत्ते, असी कविता लिखण लई एकाग्रता बनाने पर बनती नहीं। पातशाह कहते की कारण, क्यों नहीं बनती? कहते सतगुरु जमुना का पानी बड़ा तेज चलता है, बड़ी तेजी नाल चलता है। जिथे असी बैठे होंने ना उतों पत्थरां नाल खैंदा है, खड़ाग पैदा करता है, ठकीलियां करता है तो साडी सुरती भंग हो जाती है, सुरती एकाग्र नहीं हुंदी। सतगुरु एक बेनती करन आए हैं, जां ते साडे कवियां दा टिकाणा बदल दिओ ते जां फिर पातशाह यमुना दे पानी दा हल कर दिओ। कवि सोच रहा सी भी पानी दा हल की हो सकता है, साडा टिकाणा बदलिया जाएगा। गुरु गोबिंद सिंह महाराज उठे, तख्त तो अगे अगे उठ के आप शोभा पाउण लगे ते मगर मगर महाराज दे हजूरी कवि चले। पातशाह यमुना के कंढे ते पहुँच गए। कवि विचार रहा से भी पातशाह हुण किहड़ा कौतक वरताउणगे। इन्ने चिर नूं कोई कवि बेनती करदे दसम पातशाह ने अपने पवित्र मुखार बिंद विचों अपनी रसना तो कुछ इलाही बोल के सतगुरां जमुना के पानी नूं मुखातब होके आख्या, ऐ जमुना के पानी तू पिछों भी जिन्नी मर्जी तेजी नाल चल, अगों भी जिन्नी मर्जी तेजी नाल चल, पर जिथे तेरे कंढे उत्ते साडे कवियां दा टिकाणा है, असीं तैनूं हुक्म देने तैनूं इत्थों अपने पानी दे वह नूं शांत करके चलना पवेगा। सिखो मैं बेनती करांगा हथ जोड़ के, कदी हिमाचल प्रदेश पाउंटा साहिब जाओ, उदों दी नहीं घटना अज भी पानी पिछों बड़ी तेजी नाल चलदा जे, अगों बड़ी तेजी नाल चलदा जे, पर जिथे गुरु गोबिंद सिंह महाराज पानी नूं हुक्म कर दिता उत्थे पानी अज भी इस तरह जिवें खलोता होवे, कोई मूवमेंट नहीं पानी दी, बिल्कुल शांत है। मैं खुद दर्शन करके आया।
मैं उत्थों दी वीडियो भी कैच की, तस्वीरां भी कैच कीतियां। अज भी पानी गुरु गोबिंद सिंह महाराज का हुक्म मंनदा। कारण की है? गुरु नानक पातशाह दी तुसी आसा दी वार पढ़दे हो ना, ते सतगुरां दी गुरबाणी दा फैसला है, पै विच पवन वह सद वाओ, पै विच चलै लख दरियाओ। उस परमात्मा दे पै विच अग चलदी है, हवा चलदी है, पानी चलदा है, सूरज चलदा है, चंद्रमा चलदा है, धरती चलदी है। फिर ये पानी अज भी गुरु गोबिंद सिंह महाराज का उस तरह हुक्म मान रहा है। हो सकता कोई सिख मेरे वर्गा गुरु का हुक्म मने या ना मने, गुरु तो अज भी उही है, पर सिखां विच हो सकता फर्क पै गया होवे, सिखां दी प्रीति विच फर्क पै गया होवे। पर सिखो, यमुना का पानी अज भी गुरु गोबिंद सिंह महाराज का हुक्म मानदा जी। अज भी तुसी जाओ ना, पानी पिछों बड़ा तेज है, अगों बड़ा तेज है, पर जिथे कवियां का टिकाणा पानी बड़ा शांत है, खलोता होया पानी, बिल्कुल बिना कोई मूवमेंट दे पानी चल रहा है। गुरु गोबिंद सिंह महाराज अपने कवियों को बड़ा प्यार करते हैं। एक कवि नूं सतगुरु खुश होके ना महाराज ने एक हाथी दे दिता। बाकी कवियां ने आख्या भाई तेनू वधाइयां, तेरे ते मान किया गुरु गोबिंद सिंह महाराज ने, तेनू हाथी दिता। एडा वड्डा जानवर हाथी है भी उस वक्त राजे महाराजा की सवारी मन्या जाता है। जिस कवि नूं हाथी मिलिया सी ना, काम उल्ट हो गया, वो कवि के चेहरे ते उदासी आ गई। बाकी कवि कहते भाई तेनू तो खुश होना चाहिए, दसम पातशाह तेनू एडा वड्डा इनाम दिता भी राजे महाराजा की सवारी दे दी, ते तेरे चेहरे ते उदासी का कारण? उन्हें आख्या भाई उदासी इस गलों नहीं भी महाराज ने हाथी दिता है, उदासी दे इस करके है भी गरीब के कोठे तो वड्डा जानवर मैं दा प्रशादा पानी कितों पूरा करा करांगा, इहदा मेरे कोलों ते चारा ही नहीं पूरा होना। ये गल चलदी चलदी गुरु गोबिंद सिंह महाराज तक चली गई। पातशाह कहते कवि जी की गल बड़े नाराज हो, असीं ते तुहानूं हाथी दान दिता है। कहता पातशाह उदासी इस करके आई भी गरीब के कोठे तो वड्डा जानवर, मैनू खाना कितों पाया करांगा, दा चारा ही मेरे कोलों पूरा नहीं होना। ते सतगुरु कहते कवि जी फिक्र ना करो, ये गुरु नानक के दरबार विचों तुहाडे हाथी का प्रशादे पानी का चारे का प्रबंध होवेगा, तुसीं इसदी फिक्र ना करो। अजे भी चेहरे ते उदासी सी। पातशाह कहते हुण की हो गया? कहता महाराज मूँह छोटा है तो गल वड्डी है। पातशाह जदों तुसीं दुनिया तो शरीर करके चले गए फिर हाथी नूं कौन खवावेगा? फिर मैं तुहानूं जिउंदा जागदा सबूत देन लगा है। फिर दसम पातशाह ने उस संगत वाल हथ कीता भी जेड़े भी हाथियां दे तुसीं गुरु का प्रचार करन जाया करोगे ना, वो संगत तुहाडा खर्चा दिया करेगी। समय ना हाथी बदल गए, हुण गड्डियां आ गईयां ते आ जिहड़ा दसवंध तुसीं कढदे ने दसम पातशाह दा हुक्म तुहानूं लगा है, तुसीं वो दसवंध कढ के अपनी किरत कमाई दे विचों, दसां नौवां दी किरत कमाई विचों कढ के दसवंध, ते दसम पातशाह दा अज भी हुक्म उस तरह वजा रहा जी। पातशाह इन्ना वड्डा मान करया करदे कवियां ते। एक कवि सी सतगुरां दा, वो कवि सी पंडित। पंडित का मतलब कई बार जो असीं पंडित शब्द बोलते ना तो साढ़े सामने एक तस्वीर आ जाती भी वो बोधी होगी, उन्हें टिक्का लाया होगा, जनेऊ पाया होगा, धोती बन्नी होगी। नहीं, पंडित के अर्थ नहीं निकलते। पंडित का यह मतलब नहीं भी पंडित का चेहरा मोहरा इदां दा हुंदा। जे पंडित के अर्थ जानने होना भी पंडित का मतलब की है पंडित का, तो कभी भाई कान सिंह नाभा द्वारा लिखा गया महान कुछ पढ़ियो। भाई कान सिंह नाभा कौन ने, मैं दस जावां। इन्हां दे पिता जी वो सन जिन्हां नूं संपूर्ण गुरु ग्रंथ साहिब कंड सी। तर्कवादी कहंदा भी गुरु गोबिंद सिंह महाराज ने दमदमा साहिब की धरती से संपूर्ण गुरु ग्रंथ साहिब लिखवा दिता कि उस तो बाद किसी सिख नूं बाणी याद है सारे गुरु ग्रंथ साहिब की, ते भाई कान सिंह नाभा जी के पिता जी नूं याद सी। हुण सवाल उठदा भी अज दे समय विच, अज दे दिन विच कोई सिंह है जिन्हों एक ओंकार तो लैके 18-10-20 तक बाणी सरल होवे? मैं तुहानूं लाइव जा रहा, देशों विदेशों में जाएगा। वो गुरु दे प्यारे का नाम है सिंह साहब ज्ञानी बलजीत सिंह। भाई नवजोत सिंह रबाबी सिंह अमेरिका की धरती से बैठे कीर्तन करते तंती साजां नाल। मैनूं उन्होंने दस्या भी अज भी वो ज्ञानी बलजीत सिंह हैं जिन्होंने एक ओंकार तो लैके 18-10-20 तक संपूर्ण गुरु ग्रंथ साहिब की बाणी सरल है, अज भी है। ये हुंदी तर्कवादी के मूँह से चपेट जिहड़ा तर्कां करदा गुरु घर विच आके, इदां बाणी किवें कंठ हो गई? अज भी सिंह हैं जिन्होंने बाणी संपूर्ण सरल है गुरु ग्रंथ साहिब। और भाई कान सिंह नाभा ने पंडित के अर्थ लिखे ने। वो कहते पंडित का मतलब हुंदा विद्वान। पंडित का मतलब ये नहीं हुंदा भी चेहरा मोहरा जो जिहा मैं दस दिता इहो जिहा नहीं। वो पंडित वेखण विच भी चेहरा मोहरा ते उहदा उस तरह का सी, पर वो है भी विद्वान सी। महाराज कहते सी कवि जी असीं ते तुहाडे नाल गुणां दी सांझ करनी है, गुणां दी सांझ करीजै गुणा केरी। असीं तुहाडे नाल गुणां दी सांझ करनी है। वो पंडित इन्नी सोहनी कविता सिखो लिखदा सी
दसम पातशाह ने आख्या पंडित जी असीं तुहाडे ते इन्ने रिझे भी तुहाडा नाम है चंदन, असीं तुहानूं कोई खिताब देण लगे हां। दसम पातशाह ने आख्या तुसीं अज तो बाद कवि राज भाई चंदन होवोगे। कहण दा भाव इह सी महाराज दा भी सारे कवियां दे राजे तुसीं हो, सारे कवियां नालों सिरमौर कवि तुसीं हो। बंदे दा मन है, वेखो कोई पता नहीं लगता किहड़े वेले पापी बन जावे, किहड़े वेले पुन्नी बन जावे, किहड़े वेले चोर बन जावे ते किहड़े वेले साध बन जावे। जेड़ा पंडित बड़ा विद्वान सी ना, बड़ा सूझवान पंडित सी, कवियां दा राजा पंडित सी, एक दिन इसनूं हंकार ने फड़ लिया। हंकार ने आख्या चंदना जिहो जी कविता तू लिखी है ना, मैं तेनों कहना भी गुरु गोबिंद सिंह दा एक भी कवि नहीं लिख सकदा। इतों तक रहिंदा ते ठीक सी, भला हो जाना सी, पर इस तो गां छाल मार दी। चंदना जिहो जा सवैया तू लिखिया है, इहो जा सवैया गुरु गोबिंद सिंह महाराज भी नहीं लिख सकते, ना इसके अर्थ ही कोई कर सकता है। हुण कदी किसी ना गल करदा, कदी किसी ना करदा है भी दसम पातशाह तक चली जावे कि महाराज जिहो जा तुहाडा कवि सवैया लिख लैंदा ना, इहो जा ना ते कोई लिख सकदा ते ना अर्थ कर सकदा है। बंदे दी आदत हुंदी, वेखो कदी किसी नाल ढिड फुलना होवे ना ते बंदा ते भैणां ये गल हर एक नूं कह दिंदियां भी भाई तैनूं दस्सिया तूं गाह ना दसी। ਇਹਦਾ मतलब यह होंदा भी उहदे तक चली जावे, हुण जिੱਥੋਂ तक मैं पहुँचाउणा चाहुणा ਇਹ गल उत्थों तक चली जावे ते नाल ही असीं ये बोल कहना हुंदा भी तैनूं दस्सिया है पर तूं गाह नहीं दसनी। ये गल चलदी चलदी दसम पातशाह तक चली गई। वैसे तो महाराज घट घट के अंतर की जानत, भले बुरे की पीर पछाणत। पातशाह ने कवि नूं सद लिया, आख्या कवि जी तुसीं चौहां कलैणां दा सवैया लेके हंकार करदे हो, पर यह गुरु नानक दा घर है, तुसीं इस दर दी वडियाई नूं जाणदे नहीं। तुसीं कहंदे हो मेरे सवैये दे अर्थ ही कोई नहीं कर सकदा। चंदन कहंदा महाराज मैं बिल्कुल ठीक आख्या, मेरे सवैये दे अर्थ ना कवि कर सकदे ते ना इहो जिहा सवैया लिख सकदे ने। पातशाह कहंदे तुसीं गुरु नानक दी गद्दी ते भी उंगलां उठा दित्तियां, पर कवि जी असीं तुहानूं दसदे तुहाडे सवैये दे अर्थ कौन कौन कर सकदा है। बड़ा प्यार भिजा प्रसंग जे सिखो, ये निमरता अते हंकार ये दोवां पक्षां नूं लैके मैं चलण लगा। जिहड़ा प्रकरण मेरे तो पहलां छिड़ गया मैं उही तोर लिया। कई बार स्टेज बनी बनाई मिल जाती, कई बार आप प्रसंग चुन के रखना पैंदा तो समा भी ज़्यादा लगता है। बने बनाए प्रसंग नूं मैं तोड़ते लगा है भी दसम पातशाह ने हुण उस कवि का हंकार किवें तोड़ना। भी कवि जी तुसीं कहंदे हो मेरे सवैये दे अर्थ ही कोई नहीं कर सकता। पातशाह दसन लगे चंदन जी तुहाडे सवैये दे अर्थ कौन कौन कर सकता है। ये वणगी बड़ी प्यारी है, ढाडी कला दी इसदा जिक्र मैं नाल नाल करन दा यतन करांगा भी वणगी की है ते किवें गाई जाती है। पर बड़े प्यार नाल तन करके इत्थे बैठो, मन करके गुरु गोबिंद सिंह महाराज के दरबार में हाज़री लवाइए। सामने खलोता हंकारिया चंदन कवि कहंदा मेरे सवैये दे अर्थ ही कोई नहीं कर सकता। ते दसम पातशाह दसन लगे चंदन जी ये गुरु नानक दा दर है, जेड़ा इत्थे नीवा होके आ गया वो झोलियां भर के लै गया। जेड़ा सिमण रुख सरायरा अत दीरगत मुच ओ जे आवे आस कर जाए नरासे कित फल फिके फुल बक बके कामण आवे पत मिठत नीवी नानका गुण चंगियाइयां तत। जेड़ा सिमल दे रुख वांग चंदन जी आ गया वो हंकारे दा हंकारिया चलिया गया, ते जेड़ा निमरता नाल आ गया ये गुरु नानक दे दर विचों वडियाई पा के गया। दसम पातशाह हंकारे चंदन कवि दा हंकार तोड़दे होए ओनू दसन लगे भी तुसीं ते गुरु नानक दी गद्दी छड्डो, तुसीं कवियां दी गल करदे कवि छड्डो, असीं तुहानूं दसदे हां तुहाडे सवैये दे अर्थ कौन कौन कर सकदा है। अपनी सुरती इन्हां पंक्तियां दे नाल जोड़न दा यतन करियो। दसम पातशाह ने जो कर उस वेले हंकारे होए चंदन कवि नूं आख्या सुन उस वेले दा सीन मनबीर सिंह बीए पहुविड़ दा ढाडी थाना शब्दां च बेनती इंज करदा।
देख जो क्या फरमा सतगुर नानक दे दरबार में। सतगुर नानक दे दरबार में चंदना जेड़ा झुकदा आयो मुंह मंगे फल पांदा। दर हंकार न पांदा। लेके कविता चंदना भलेखा कटिए। गुरु गोबिंद सिंह महाराज के दरबार में खलोता हंकारिया होया चंदन कवि ढाडी सिंह तुहाडे नाल कवणगी सांझी कर रहे ने। इनू ढाडी कला विच रसालू कहा जाता। रसालू मेरे पूजा पिता उस्ताद जी ज्ञानी मिल्खा सिंह मौजी साहब, दादा उस्ताद जी सत्कारयोग ज्ञानी कलवंत सिंह बीए साहब कैनेडा वाले, परदादा उस्ताद जी तुहाडे विचों बड़े बजुर्गों ने दर्शन किए होणगे। श्रोमणी ढाडी, ढाडियां दे पैतामा, ढाडियां दे पैगंबर सुल्तानत ढाडी, सचखंड वासी, गुरप्रवासी, गुरु दे ढाडी सत्कारयोग ज्ञानी सोहण सिंह सीतल साहब जी। बापू जी अक्सर स्टेजां दे बयान करया करदे सी, सिंघो आउण वाले समय में ढड्डां वजणगियां, सरंगियां वजणगियां, शायद कहंदे हालात ऐसे बन चले ने कि इन्हां विचों ढाडी कला खत्म हो जावे। जो गुरु हरगोबिंद साहिब महाराज के दरबार में ढाडी कला चली, कहंदे जापदा इस तरह भी जिवें ढाडी कला दिनों दिन पिछां कीती जा रही है। नवीं नवीं तर्जां सुननों मिलदियां ने, नवे नवे गाने सरंगियां तो सुननों मिलते ने, पर ढाडी कला किवें बहुत घट मिलती है। यह रसालू है अकॉर्डिंग टू ज्ञानी त्रिलोक सिंह वो लिखते रसालू किवें होंद विच आया। राजा साल होया, राजे साल का पुत्र होया राजा सलवान, आज जिसने सियालकोट तैयार करवाया। राजे सलवान के अगे 16 पुत्र होए, जिचो एक का नाम पूर्ण है, एक का नाम रसालू है। पूर्ण भी इस कला में गाया जाता है, रसालू सिंह गा रहे हैं। अगे इन्हां दा परिवार च होया सुहादा, सुहादे का संसर पट, संसर पट का राहू किरतू, राहू किरतू का भागमल, भागमल का बिगा मल, बिगा मल का बुढ़ा मल, बुढ़ा मल ने गुरु गोबिंद सिंह महाराज तो अमृत छकिया ते इन्हां दा नाम पिया सरदार बुढ़ा सिंह। अगे इन्हां दे 2 सपुत्र होए, चंदा सिंह अते नौ सिंह।
ਚੰਦਾ ਸਿੰਘ ਦੀ ਔਲਾਦ ਹੈ ਸੰਧਾ ਵਾਲੀਏ, ਨੌ ਸਿੰਘ ਦੀ ਔਲਾਦ ਹੈ ਸ਼ੁਕਰ ਚੱਕੀਏ। ਸਰਦਾਰ ਨੌ ਸਿੰਘ ਦਾ ਸਪੁੱਤਰ ਹੋਇਆ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ। ਸਰਦਾਰ ਚੜ੍ਹ ਸਿੰਘ ਦਾ ਸਪੁੱਤਰ ਹੋਇਆ ਸਰਦਾਰ ਮਾਹ ਸਿੰਘ ਸ਼ੁਕਰ ਚੱਕੀਆ। ਅਤੇ ਸਰਦਾਰ ਮਾਹ ਸਿੰਘ ਦਾ ਸਪੁੱਤਰ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਅੱਗੇ ਉਹਦੇ 7 ਪੁੱਤਰ ਹੋਏ ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਦਲੀਪ ਸਿੰਘ, ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ। ਉਹਦੇ ਵੱਡ ਵਡੇਰਿਆਂ ਵਿੱਚੋਂ ਗਾਈ ਜਾਣ ਵਾਲੀ ਢਾਡੀ ਕਲਾ ਦੀ ਕਲਾਸਿਕਾ ਨਜ਼ਮ ਸਿੰਘ ਰਸਾਲੂ ਗਾ ਰਹੇ ਨੇ। ਦਸਮ ਪਾਤਸ਼ਾਹ ਆਖਿਆ ਚੰਦਨ ਜੀ ਤੁਹਾਡੇ ਮਨ ਵਿੱਚ ਹੰਕਾਰ ਹੈ, ਹੰਕਾਰ ਨੂੰ ਗੁਰੂ ਨਾਨਕ ਦੇ ਦਰ ਤੇ ਕੋਈ ਥਾਂ ਨਹੀਂ। ਹਰ ਜਿਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਇੱਥੇ ਹੰਕਾਰ ਦੀ ਕੋਈ ਜਗ੍ਹਾ ਨਹੀਂ। ਤੁਸੀਂ ਕਹਿੰਦੇ ਸਵਈਆ ਲੈ ਕੇ ਮੇਰੇ ਸਵਈਏ ਦੇ ਅਰਥ ਨਾ ਕਵੀ ਤੇ ਨਾ ਗੁਰੂ ਨਾਨਕ ਦੀ ਗੱਦੀ ਦੇ ਵਾਰਸੇ ਦੇ ਅਰਥ ਕਰ ਸਕਦੇ ਨੇ। ਅਸੀਂ ਤੁਹਾਨੂੰ ਦੱਸਣ ਲੱਗੇ ਵੀ ਤੁਹਾਡੇ ਸਵਈਏ ਦੇ ਅਰਥ ਕੌਣ ਕੌਣ ਕਰ ਸਕਦਾ ਹੈ। ਤੇ ਦਸਮ ਪਾਤਸ਼ਾਹ ਨੇ ਫਿਰ ਕਿਹਦਾ ਨਾਮ ਲਿਆ? ਉਹ ਕੌਣ ਹੈ? ਭਾਗਾਂ ਵਾਲਾ, ਜਿਹੜਾ ਸੰਘਾਰੇ ਚੰਦਨ ਕਵੀ ਦੇ ਸਵਈਏ ਦੇ ਅਰਥ ਕਰੇਗਾ। ਬੜੇ ਪਿਆਰ ਨਾਲ ਆਓ ਸਰਵਣ ਕਰੀਏ। ਸੁਣਾ ਸਾਡੇ ਵਿੱਚ ਤਬੇਲੇ ਘੋੜੀਆਂ, ਸਾਡੇ ਵਿੱਚ ਤਬੇਲੇ ਘੋੜੀਆਂ, ਜੋ ਰਹੇ ਨੇ ਲਿਦ ਹਟਾ ਕਹਿੰਦਾ ਸਦਕੇ ਤੇਰੇ ਸਾਹਮਣੇ ਤੇ ਦਈਏ ਹੁਣੇ ਅਰਥ ਕਰਵਾ। ਸਦਕੇ ਤੇਰੇ ਸਾਹਮਣੇ ਕਹੀਏ ਹੁਣੇ ਅਰਥ ਕਰਵਾ। ਦੱਸ ਦਈ ਇੱਕ ਇੱਕ ਅੱਖਰ ਬੋਲ ਕੇ। ਅੱਖਰ ਬੋਲ ਕੇ ਦੇਣਗੇ ਪਲ ਵਿੱਚ ਸਭ ਸਮਝਾ। ਮੌਜੀ ਕਹਿ ਤੋਹਫਾ ਚੰਦ ਸ਼ਾਹ ਜੀ। ਮੌਜੀ ਕਹਿ ਤੋਹਫਾ ਚੰਦ ਸ਼ਾਹ ਜੀ। ਕਹੀਏ ਉਲਟੀ ਗੰਗ ਹਾ ਮੌਜੀ ਕਹਿ ਤੋਹਫਾ ਚੰਦ ਸ਼ਾਹ ਜੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਚੰਦਨ ਜੀ ਹੰਕਾਰ ਨਾ ਕਰੋ, ਤੁਸੀਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਨਹੀਂ ਜਾਣਦੇ। ਤੁਸੀਂ ਕਹਿੰਦੇ ਹੋ ਸਾਡੇ ਸਵਈਏ ਦੇ ਅਰਥ ਕੋਈ ਵੀ ਨਹੀਂ ਕਰ ਸਕਦਾ। ਅਸੀਂ ਤੁਹਾਨੂੰ ਦੱਸਦੇ ਹਾਂ ਵੀ ਤੁਹਾਡੇ ਸਵਈਏ ਦੇ ਅਰਥ ਕੌਣ ਕਰ ਸਕਦਾ ਹੈ। ਮਹਾਰਾਜ ਦੇ ਸਾਹਮਣੇ ਖਲੋਤਾ ਹੋਇਆ ਤੇ ਪਾਤਸ਼ਾਹ ਕਹਿੰਦੇ ਚੰਦਨ ਜੀ ਤੁਹਾਡੇ ਸਵਈਏ ਦੇ ਅਰਥ ਸਾਡੇ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਦੀ ਲਿੱਦ ਸੁੱਟਣ ਵਾਲੇ ਵੀ ਕਰ ਸਕਦੇ ਨੇ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮਹਾਰਾਜ ਏਡੀ ਵੱਡੀ ਤੌਹੀਨ ਆਪਣੇ ਰਾਜ ਕਵੀ ਦੀ। ਪਾਤਸ਼ਾਹ ਮੇਰੇ ਸਵਈਏ ਦੇ ਅਰਥ ਇੱਕ ਘੋੜਿਆਂ ਦਾ ਘਾਈ ਕਰ ਜਾਵੇ, ਹੋ ਹੀ ਨਹੀਂ ਸਕਦਾ। ਅਜੇ ਵੀ ਹੰਕਾਰ ਦਾ ਕਿੱਲਾ ਧੌਣ ਵਿੱਚ ਗੱਡਿਆ। ਕਈ ਬੰਦਿਆਂ ਦੀ ਫਿਤਰਤ ਹੁੰਦੀ ਵੀ ਛੱਜ ਮਗਰ ਬੰਨੀ ਰੱਖਣਾ, ਉਹ ਗੁਰੂ ਘਰ ਆ ਕੇ ਵੀ ਵਜਾਉਂਦੇ ਰਹਿੰਦੇ ਨੇ, ਮਗਰੋਂ ਲੈਂਦਾ ਨਹੀਂ। ਇਹ ਹੰਕਾਰ ਦਾ ਕਿੱਲਾ। ਤੁਸੀਂ ਭੀਮ ਚੰਦ ਦੀ ਗੱਲ ਸੁਣੀ ਨਾ ਭਾਈ ਸੁਰਿੰਦਰ ਸਿੰਘ ਜੀ ਪਾਸੋਂ। ਮੈਂ ਬੇਨਤੀ ਉਹ ਕੀਤੀ ਵੀ ਜਿਹੜੇ ਪ੍ਰਕਰਨ ਛੇੜੇ ਮੈਂ ਉਹ ਸਾਂਝੇ ਕਰ ਰਿਹਾ ਵੀ ਕਿਵੇਂ ਹੰਕਾਰ ਦਾ ਕਿੱਲਾ ਉਹਦੀ ਧੌਣ ਦੇ ਵਿੱਚ ਗੱਡਿਆ ਹੋਇਆ ਸੀ।
ਪਰ ਗੁਰੂ ਨਾਨਕ ਦੇ ਦਰ ਵਿੱਚ ਬਹੁਤਾ ਚਿਰ ਹੰਕਾਰ ਦਾ ਕਿੱਲਾ ਰਹਿੰਦਾ ਨਹੀਂ, ਇੱਥੇ ਚੂਰ ਚੂਰ ਹੋ ਜਾਂਦਾ ਹੈ। ਅੱਜ ਇੱਕ ਦਾ ਹੋਣਾ ਤੇ ਆਪਾਂ ਤੱਕਣਾ ਹੈ, ਆਪਾਂ ਵੀ ਆਪਣਾ ਹੰਕਾਰ ਦਾ ਕਿੱਲਾ ਦੂਰ ਕਰਨਾ ਹੈ। ਜਿਵੇਂ ਬਾਬਾ ਗੁਰਨਾਮ ਸਿੰਘ ਜੀ ਉਹਨਾਂ ਨੇ ਤੁਹਾਡੇ ਨਾਲ ਜ਼ਿਕਰ ਸਾਂਝਾ ਕੀਤਾ, ਦਸਮ ਪਾਤਸ਼ਾਹ ਕਹਿੰਦੇ ਚੰਦਨ ਜੀ ਤੁਸੀਂ ਇਸ ਗੱਲ ਦਾ ਨਾ ਮਾਣ ਕਰੋ, ਘੋੜਿਆਂ ਦਾ ਕਾਈ ਅਰਥ ਕਰ ਸਕਦਾ ਹੈ। ਮਹਾਰਾਜ ਮੈਂ ਮੰਨਦਾ ਹੀ ਨਹੀਂ। ਪਾਤਸ਼ਾਹ ਕਹਿੰਦੇ ਕਦੋਂ ਮੰਨੋਗੇ? ਕਹਿੰਦਾ ਸਤਿਗੁਰੂ ਜਿੰਨਾ ਚਿਰ ਘੋੜਿਆਂ ਦਾ ਕਾਈ ਮੇਰੇ ਸਾਹਮਣੇ ਸਦਕੇ ਮੇਰੇ ਸਵਈਏ ਦੇ ਅਰਥ ਨਹੀਂ ਨਾ ਕਰਵਾ ਦਿੰਦੇ, ਉਹਨਾਂ ਚਿਰ ਮੈਨੂੰ ਯਕੀਨ ਨਹੀਂ ਵੀ ਕੋਈ ਮੇਰੇ ਸਵਈਏ ਦੇ ਅਰਥ ਕਰ ਸਕਦਾ। ਇਹ ਹੰਕਾਰ ਬੋਲ ਰਿਹਾ, ਹੰਕਾਰ। ਹੁਣ ਦੂਸਰਾ ਪੱਖ ਹੋਣਾ ਨਿਮਰਤਾ ਦਾ, ਦੋਵਾਂ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕਰਿਓ। ਪਾਤਸ਼ਾਹ ਕਹਿੰਦੇ ਜੇ ਤੁਹਾਡੇ ਸਾਹਮਣੇ ਘੋੜਿਆਂ ਦਾ ਕਾਈ ਅਰਥ ਕਰ ਦੇਵੇ ਫਿਰ ਮੰਨ ਜਾਓਗੇ? ਹਾਂ ਪਾਤਸ਼ਾਹ ਫਿਰ ਮੰਨ ਸਕਦਾ ਹੈ, ਉਹਨਾਂ ਚਿਰ ਨਹੀਂ। ਸਤਿਗੁਰਾਂ ਇੱਕ ਸਿੰਘ ਨੂੰ ਉਠਾਇਆ, ਮਹਾਰਾਜ ਕਹਿੰਦੇ ਘੋੜਿਆਂ ਦੇ ਤਬੇਲੇ ਵਿੱਚ ਜਾਓ, ਜਿਹੜਾ ਵੀ ਸਿੰਘ ਪਹਿਲਾਂ ਮਿਲ ਪਿਆ। ਪਾਤਸ਼ਾਹ ਵੀ ਕਹਿ ਸਕਦੇ ਸੀ ਕਿ ਫਲਾਣਾ ਸਿੰਘ ਨੂੰ ਬੁਲਾ ਕੇ ਲੈ ਆਓ, ਉਹ ਸਿੰਘ ਦਾ ਨਾਮ ਲਿਆ ਜਾ ਸਕਦਾ ਸੀ, ਪਰ ਨਹੀਂ। ਪਾਤਸ਼ਾਹ ਨੇ ਕਿਉਂ ਨਾਮ ਨਹੀਂ ਲਿਆ? ਬੜਾ ਡੂੰਘਾ ਸ਼ਬਦ ਹੈ ਵੀ ਦਸਮ ਪਾਤਸ਼ਾਹ ਨੇ ਨਾਮ ਤਾਂ ਨਹੀਂ ਲਿਆ ਕਵੀ ਦੇ ਮਨ ਵਿੱਚ ਭੁਲੇਖਾ ਪੈਦਾ ਨਾ ਹੋ ਜਾਵੇ ਵੀ ਜਿਸ ਨੂੰ ਸਤਿਗੁਰੂ ਜੀ ਬੁਲਾ ਰਹੇ ਨੇ ਹੋ ਸਕਦਾ ਪਹਿਲਾਂ ਉਹ ਕਵੀ ਹੋਵੇਗਾ, ਬੜਾ ਵੱਡਾ ਵਿਦਵਾਨ ਹੋਵੇਗਾ, ਕੋਈ ਗਲਤੀ ਕਰ ਦਿੱਤੀ ਤੇ ਪਾਤਸ਼ਾਹ ਨੇ ਘੋੜਿਆਂ ਦੀ ਸੇਵਾ ਦੇ ਲਾਤਾ। ਨਹੀਂ, ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਵੀ ਸਿੰਘ ਪਹਿਲਾਂ ਮਿਲ ਪੈਣਾ ਤੁਸੀਂ ਉਸੇ ਨੂੰ ਬੁਲਾ ਲਿਆਉਣਾ। ਉਹ ਸਿੰਘ ਗੁਰੂ ਦਰਬਾਰ ਵਿੱਚੋਂ ਮਹਾਰਾਜ ਦੀ ਇਜਾਜ਼ਤ ਲੈ ਕੇ ਉੱਠਿਆ, ਤੁਰਿਆ ਜਾ ਰਿਹਾ ਘੋੜਿਆਂ ਦੇ ਤਬੇਲੇ ਵਿੱਚ। ਸਾਹਮਣੇ ਵੇਖਿਆ ਇੱਕ ਉੱਚਾ ਲੰਮਾ ਨੌਜਵਾਨ ਸਿਰ ਦੇ ਉੱਤੇ ਘਾਹ ਦੀ ਪੰਡ ਲਈ ਆ ਰਿਹਾ ਹੈ। ਜਾਣ ਵਾਲੇ ਨੇ ਆਖਿਆ ਗੁਰੂ ਦਾ ਸਿੰਘਾ ਤੈਨੂੰ ਦਸਮ ਪਾਤਸ਼ਾਹ ਦਾ ਹੁਕਮ ਹੈ ਵੀ ਜਲਦੀ ਗੁਰੂ ਦਰਬਾਰ ਵਿੱਚ ਹਾਜ਼ਰ ਹੋ। ਇਹ ਕੌਣ ਹੈ? ਭਾਗਾਂ ਵਾਲਾ। ਇੱਕ ਤਰਨ ਤਾਰਨ ਸਾਹਿਬ ਤੋਂ ਰੋਡ ਜਾਂਦਾ ਹਰੀਕੇ ਨੂੰ, ਉਹਦੇ ਵਿੱਚ ਦੋ ਨਗਰ ਆਉਂਦੇ, ਇੱਕ ਸਰਿਆਲੀ ਤੇ ਇੱਕ ਸੇਰੋਂ। ਇਹਨਾਂ ਦੋਵਾਂ ਸੱਸਿਆਂ ਦੇ ਵਿਚਕਾਰ ਇੱਕ ਪਿੰਡ ਵਸਿਆ ਜਿਹਦਾ ਨਾਮ ਹੈ ਨੌਸ਼ਹਿਰਾ ਪੰਨੂਆ। ਉਤੋਂ ਪੰਨੂ ਸਰਦਾਰਾਂ ਦਾ ਲੜਕਾ, ਇਹਦਾ ਨਾਮ ਹੈ ਸਰਦਾਰ ਧੰਨਾ ਸਿੰਘ। ਇਹ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਇਆ, ਜਾ ਕੇ ਆਖਿਆ ਸੀ ਪਾਤਸ਼ਾਹ ਨੀਲੇ ਤੇ ਦਲ ਬਡਾਰ ਘੋੜੇ ਦੀ ਸੇਵਾ ਮੇਰੀ ਝੋਲੀ ਪਾ ਦਿਓ, ਮੈਂ ਘੋੜਿਆਂ ਦਾ ਜਾਣੂ, ਇਹ ਸੇਵਾ ਮੈਨੂੰ ਦੇ ਦਿਓ। ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ। ਇਹ ਗੁਰੂ ਦਾ ਸਿੰਘ ਸਿਰ ਤੇ ਘਾਹ ਦੀ ਪੰਡ ਹੈ, ਮਹਾਰਾਜ ਦਾ ਹੁਕਮ ਸੁਣਿਆ ਤੇ ਘਾਹ ਦੀ ਪੰਡ ਸੁੱਟ ਦਿੱਤੀ, ਕਮਰ ਕਸਾ ਖੋਲਿਆ, ਗਲ ਵਿੱਚ ਪਾਇਆ, ਦੋਵਾਂ ਹੱਥਾਂ ਵਿੱਚ ਲੈ ਲਿਆ ਤੇ ਸਿਰ ਝੁਕਾ ਲਿਆ ਤੇ ਅੱਖਾਂ ਵਿੱਚੋਂ ਮੋਤੀ ਆ ਗਏ। ਇਹ ਮੋਤੀ ਆਉਣ ਦਾ ਕਾਰਨ ਪਤਾ ਕੀ ਸੀ? ਕਹਿੰਦਾ ਧੰਨਾ ਸਿੰਘਾ ਤੇਰੇ ਵਰਗਾ ਭਾਗਾਂ ਵਾਲਾ ਕਿਹੜਾ ਸਿੱਖ ਹੋਵੇਗਾ ਜਿਹਨੂੰ ਅੱਜ ਗੁਰੂ ਨੇ ਦਰਬਾਰ ਵਿੱਚ ਸੱਦਿਆ। ਮੈਂ ਰਮਤਾ ਵਿੱਚ ਬੇਨਤੀ ਕੀਤੀ ਸੀ ਸਿੱਖੋ ਬਿਨ ਭਾਗਾਂ ਸਤ ਸੰਗ ਨਾ ਲੱਭੈ। ਅੱਜ ਪਤਾ ਨਹੀਂ ਕਿੰਨੇ ਕੁ ਚੰਗੇ ਭਾਗ ਜੇ ਤੁਹਾਡੇ ਤੇ ਸਾਡੇ ਵੀ ਕਿੰਨੇ ਕੁ ਚੰਗੇ ਭਾਗ ਨੇ ਕਿ ਪਾਤਸ਼ਾਹ ਨੇ ਸਾਨੂੰ ਆਪਣੀ ਗੋਦ ਵਿੱਚ ਸੱਦਾ ਦੇ ਲਿਆ। ਉਹ ਕਰਮਾਂ ਵਾਲਾ ਸਿੱਖ ਹੁੰਦਾ ਜਿਹਨੂੰ ਗੁਰੂ ਆਪ ਬੁਲਾ ਲਵੇ। ਅੱਜ ਪਤਾ ਨਹੀਂ ਸਾਡੇ ਪੁਰਬਲੇ ਕਰਮ ਫੁੱਟੇ ਨੇ, ਉਹ ਜਾਗ ਪੈਣ ਜਿਨ੍ਹਾਂ ਦੇ ਕਾਰਨ ਅੱਜ ਬਾਪੂ ਦੀ ਗੋਦ ਵਿੱਚ ਬੈਠ ਕੇ ਤੇ ਵੱਡ ਵਡੇਰਿਆਂ ਦੇ ਕਰਨੀ ਨਾਮੇ ਨੂੰ ਯਾਦ ਕਰ ਰਹੇ ਹਾਂ। ਸਰਦਾਰ ਧੰਨਾ ਸਿੰਘ ਨਿਮਰਤਾ ਦੇ ਵਿੱਚ ਮੋਤੀ ਵਾਰਿਆ ਹੈ ਤੇ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਤੁਰਿਆ ਜਾਂਦਾ ਤੇ ਮਨ ਵਿੱਚ ਸੋਚਦਾ ਜਾਂਦਾ ਧੰਨਾ ਸਿੰਘਾ ਉਹ ਗੁਰੂ ਨਾਨਕ ਦਾ ਦਰਬਾਰ ਹੈ, ਇਹ ਦਰਬਾਰ ਦੇ ਵਿੱਚ ਬਾਬਰ ਵਰਗੇ ਝੁੱਗ ਹੈ, ਬਾਬਰ ਵਰਗੇ। ਤੇਰੀ ਕੀ ਔਕਾਤ ਹੈ? ਅੱਜ ਹੰਕਾਰ ਵਿੱਚ ਨਾ ਜਾਵੀਂ, ਮਾਰਿਆ ਜਾਵੇਗਾ। ਜਾਂਦਿਆਂ ਸਾਰ ਗੁਰੂ ਦੇ ਚਰਨਾਂ ਵਿੱਚ ਢੇਰੀ ਹੋ ਜਾਵੀਂ। ਇਹ ਗੁਰੂ ਨਾਨਕ ਦਾ ਦਰ ਸਦਾ ਹੀ ਬਖਸ਼ਿੰਦ ਹੈ, ਇਹ ਬਖਸ਼ ਲਵੇਗਾ। ਕਾਲਜੁਗ ਹੈ ਨਾ, ਦੁਨੀਆ ਦੇ ਵਿੱਚ ਤਿਲਕਣ ਬਾਜ਼ੀ ਵਿੱਚ ਵਿਚਰਨਾ ਕਈ ਵਾਰ ਪੈਰ ਤਿਲਕ ਜਾਂਦਾ ਹੈ ਬੰਦੇ ਦਾ, ਤੇ ਸਤਿਗੁਰੂ ਹੋ ਸਕਦਾ ਸੱਦ ਕੇ ਤਾੜਨਾ ਚਾਹੁੰਦੇ ਹੁਣ। ਇਹ ਹੈ ਨਿਮਰਤਾ। ਇੱਕ ਪਾਸੇ ਹੰਕਾਰ ਕਹਿੰਦਾ ਵੀ ਮੇਰੇ ਵਰਗਾ ਕੋਈ ਨਹੀਂ, ਤੇ ਨਿਮਰਤਾ ਕਹਿੰਦੀ ਸੱਚਮੁੱਚ ਗੁਰੂ ਨਾਨਕ ਦੇ ਦਰਬਾਰ ਵਰਗਾ ਕੋਈ ਨਹੀਂ। ਅੱਜ ਸਰਦਾਰ ਧੰਨਾ ਸਿੰਘ ਪਾ ਕੇ ਗਲ ਵਿੱਚ ਪੱਲਾ ਗੁਰੂ ਦਰਬਾਰ ਨੂੰ ਤੁਰਿਆ ਜਾਂਦਾ ਹੈ ਤੇ ਜਾ ਕੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਕੇ ਕੁਝ ਬੇਨਤੀਆਂ ਕਰਦਾ ਹੈ। ਉਸ ਵੇਲੇ ਜੋ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਸਵਾਲ ਜਵਾਬ ਹੋਏ, ਉਸ ਵੇਰਵੇ ਨੂੰ ਬੜੀ ਸੁੰਦਰ ਵਣਗੀ, ਮੈਂ ਇਸ ਦਾ ਜ਼ਿਕਰ ਅੱਗੇ ਚੱਲ ਕੇ ਕਰਦਾ, ਬੜੀ ਸੁੰਦਰ ਵਣਗੀ ਢਾਡੀ ਕਲਾ ਦੀ ਇਹਦੇ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। ਸਰਵਣ ਕਰਨ ਦਾ ਯਤਨ ਕਰਿਓ। ਸਰਦਾਰ ਧੰਨਾ ਸਿੰਘ ਪਾ ਕੇ ਗਲ ਵਿੱਚ ਪੱਲਾ ਹੋ ਕੇ ਨੀਵਾਂ, ਅੰਦਰੋਂ ਨਿਮਾਣਾ ਹੋ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਢੱਠਾ ਹੋਇਆ। ਉਹ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਪਿਆ ਹੋਇਆ ਕੁਝ ਬੇਨਤੀਆਂ ਇੰਜ ਕਰਦਾ ਹੈ।
ਧੰਨਾ ਸਿੰਘ ਜੋ ਗੁਰਾਂ ਦਾ ਸਿੱਖ ਪਿਆਰਾ, ਧੰਨਾ ਸਿੰਘ ਜੋ ਗੁਰਾਂ ਦਾ ਸਿੱਖ ਪਿਆਰਾ, ਹੱਥ ਜੋੜਿਆ ਆ ਸਾਹਮਣੇ ਕਹਿੰਦਾ ਪਾਤਸ਼ਾਹ, ਪਾਤਸ਼ਾਹ ਹੁਕਮ ਫਰਮਾਵੋ, ਯਾਦ ਕੀਤਾ ਹੈ ਨਤੀਜ ਨੂੰ, ਕਾਸ ਤੋਂ ਹੋਗੀ ਕਿਹੜੀ ਭੁੱਲ ਸ਼ਹਿਨशाह ਤੇਰੇ ਦਾਸ ਤੋਂ। ਸਰਦਾਰ ਧੰਨਾ ਸਿੰਘ ਗੁਰੂ ਦਰਬਾਰ ਨੂੰ ਤੁਰਿਆ ਜਾ ਰਿਹਾ ਹੈ, ਜਾ ਕੇ ਕੁਝ ਬੇਨਤੀਆਂ ਕਰਦਾ ਹੈ। ਇਹ ਢਾਡੀ ਸਿੰਘ ਤੁਹਾਡੇ ਨਾਲ ਇੱਕ ਵੰਨਗੀ ਸਾਂਝੀ ਕਰ ਰਿਹਾ ਹੈ। ਇਹਨੂੰ ਢਾਡੀ ਕਲਾ ਵਿੱਚ ਜੱਗੇ ਕਿਹਾ ਜਾਂਦਾ। ਜੱਗੇ ਦੋ ਚਾਲਾਂ ਵਿੱਚ ਗਾਏ ਜਾਂਦੇ। ਜਦੋਂ ਵੀਰ ਅਸੀਂ ਜੱਗੇ ਗਾਉਣੇ ਹੁਣ ਉਹਨਾਂ ਦੀ ਚਾਲ ਹੋਰ ਹੈ। ਇਹ ਬੜੇ ਪਿਆਰ ਭਿੱਜੇ ਬੋਲ ਨੇ, ਬੜੇ ਬੈਰਾਗਮਈ ਬੋਲ ਨੇ, ਇੱਕ ਸ਼ਰਧਾ ਵਾਲੇ ਬੋਲ ਨੇ, ਇੱਕ ਸਿੱਖ ਤੇ ਗੁਰੂ ਦਾ ਪਿਆਰ ਦਾ ਇਜ਼ਹਾਰ ਹੋ ਰਿਹਾ ਹੈ। ਨਿਮਰਤਾ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਢਹਿ ਪਈ, ਹੱਥ ਜੋੜ ਕੇ ਆਖਿਆ ਪਾਤਸ਼ਾਹ ਕਲਯੁਗ ਹੈ, ਖਿਣ ਖਿਣ ਭੁੱਲਣਹਾਰ ਬਖਸ਼ਣਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮਹਾਰਾਜ ਦੁਨੀਆ ਸਾਰੀ ਭੁੱਲਣਹਾਰ ਹੈ, ਉਹ ਦੁਨੀਆ ਦੇ ਵਿੱਚ ਮੈਂ ਵੀ ਆਉਣਾ ਹੈ। ਪਾਤਸ਼ਾਹ ਪਤਾ ਨਹੀਂ ਕਿਹੜੇ ਵੇਲੇ ਤਿਲਕਣਬਾਜ਼ੀ ਵਿੱਚ ਪੈਰ ਤਿਲਕਿਆ, ਕੋਈ ਗਲਤੀ ਹੋ ਗਈ ਹੈ। ਮਹਾਰਾਜ ਤੁਸੀਂ ਸੱਦ ਕੇ ਤਾੜਨਾ ਚਾਹੁੰਦੇ ਹੋ, ਕਿਰਪਾ ਕਰੋ, ਕਿਹੜੀ ਗਲਤੀ ਹੋ ਗਈ ਤੁਹਾਡੇ ਸਿੱਖ ਕੋਲੋਂ? ਤੇ ਪਾਤਸ਼ਾਹ ਜੇ ਗਲਤੀ ਨੂੰ ਨਾ ਚਿਤਾਰਿਓ, ਤੁਹਾਡੇ ਚਰਨਾਂ ਤੇ ਸਿੱਖ ਠੱਠਾ ਪਿਆ, ਇਹਨੂੰ ਗਲੇ ਨਾ ਲਾ ਲਿਓ। ਪਾਤਸ਼ਾਹ ਮੇਰੀਆਂ ਗਲਤੀਆਂ ਮੇਰੇ ਉਗਲਾਂ ਵੱਲ ਨਾ ਵੇਖਣਾ, ਕਿਰਪਾ ਕਰ ਦੇਣੀ, ਅੱਜ ਸ਼ਰਨ ਦੀ ਲਾਜ ਰੱਖ ਲੈਣੀ। ਤੇ ਪਾਤਸ਼ਾਹ ਨੇ ਫੜ ਕੇ ਬਾਹਾਂ ਤੋਂ ਆਪਣੀ ਛਾਤੀ ਨਾਲ ਲਾ ਲਿਆ ਤੇ ਮਹਾਰਾਜ ਕੀ ਕਹਿ ਰਿਹਾ, ਬੜੇ ਪਿਆਰ ਨਾਲ ਸਰਵਣ ਕਰੋ। ਅੱਗੋਂ ਆਖ ਦੇ ਕਲਗੀਆਂ ਵਾਲੇ, ਅੱਗੋਂ ਆਖ ਦੇ ਕਲਗੀਆਂ ਵਾਲੇ, ਅੱਗੋਂ ਆਖ ਦੇ ਕਲਗੀਆਂ ਵਾਲੇ, ਅੱਗੋਂ ਆਖ ਦੇ ਕਲਗੀਆਂ ਵਾਲੇ। ਧੰਨਾ ਸਿੰਘ ਸੂਰਮੇ ਨੂੰ ਮੇਰੀ ਜਾਣ ਤੋਂ ਪਿਆਰੇ ਮੇਰੇ ਹੀਰਿਆ, ਅਸਾਂ ਤੈਨੂੰ ਨਾਲ ਛਾਤੀ ਦੇ ਲਾਵਣਾ, ਆਇਆ ਤੂੰ ਨਿਮਾਣਾ ਬਣ ਕੇ ਮਾਣ ਪਾਵਣਾ। ਦਸਮ ਪਾਤਸ਼ਾਹ ਨੇ ਬਾਹਾਂ ਤੋਂ ਫੜ ਕੇ ਪੈਰਾਂ ਤੋਂ ਚੁੱਕ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ। ਇਹ ਨਿਮਰਤਾ ਨੂੰ ਥਾਂ ਹੈ, ਗੁਰੂ ਨਾਨਕ ਦੇ ਦਰਬਾਰ ਵਿੱਚ ਨਿਮਰਤਾ ਨੂੰ ਥਾਂ। ਪਾਤਸ਼ਾਹ ਨੇ ਆਖਿਆ ਧੰਨਾ ਸਿੰਘਾ ਤੂੰ ਗਲਤੀ ਥੋੜਾ ਕੋਈ ਕੀਤੀ ਹੈ, ਤੂੰ ਕੋਈ ਗੁਨਾਹ ਨਹੀਂ ਕੀਤਾ, ਤੂੰ ਸਾਡੀ ਜਾਨ ਤੋਂ ਵੱਧ ਪਿਆਰਾ ਸਿੱਖ ਹੈ, ਸਾਨੂੰ ਸਾਡੇ ਦਿਲ ਦਾ ਟੁਕੜਾ। ਧੰਨਾ ਸਿੰਘਾ ਤੂੰ ਨਿਮਰਤਾ ਨਾਲ ਆਇਆ। ਧੰਨਾ ਸਿੰਘਾ ਤੇ ਉਹ ਗੁਰੂ ਨਾਨਕ ਦਾ ਦਰਬਾਰ ਹੈ ਜੇ ਤੇ ਕਦੇ ਬਾਬਾ ਅਮਰਦਾਸ ਇੱਕ ਨਿਮਾਣਾ ਸਿੱਖ ਹੋ ਕੇ ਆਉਂਦਾ ਹੈ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਉਹਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਕਹਿੰਦੇ ਨੇ ਇਹ ਨਿਮਾਣਿਆਂ ਦੇ ਮਾਣ ਹਨ, ਇਹ ਨਿਤਾਣਿਆਂ ਦੇ ਤਾਣ ਹਨ। ਇਹ ਉਹ ਗੁਰੂ ਨਾਨਕ ਦਾ ਦਰ ਹੈ। ਧੰਨਾ ਸਿੰਘਾ ਇਹ ਉਹ ਗੁਰੂ ਰਾਮਦਾਸ ਦਾ ਦਰਬਾਰ ਹੈ। ਜੇ ਕਦੇ ਭਾਈ ਜੇਠਾ ਯਤੀਮ ਹੋ ਕੇ ਆਉਂਦਾ ਹੈ, ਲੋਕ ਆਖਦੇ ਯਤੀਮ ਹੈ, ਇਹਦਾ ਸਹਾਰਾ ਕੋਈ ਨਹੀਂ, ਤੇ ਯਾਦ ਰੱਖ ਗੁਰੂ ਅਮਰਦਾਸ ਆਪਣੀ ਜਗ੍ਹਾ ਤੇ ਬਿਠਾ ਕੇ ਕਹਿੰਦੇ ਇਹ ਬੇਸਹਾਰਾ ਦਾ ਸਹਾਰਾ ਹੈ, ਇਹ ਯਤੀਮਾਂ ਦਾ ਆਸਰਾ ਗੁਰੂ ਰਾਮਦਾਸ ਹੈ। ਇਹ ਗੁਰੂ ਨਾਨਕ ਦਾ ਦਰਬਾਰ ਹੈ। ਧੰਨਾ ਸਿੰਘਾ ਇੱਥੇ ਨਿਮਰਤਾ ਵਾਲਿਆਂ ਦੇ ਬੇੜੇ ਸਦਾ ਹੀ ਪਾਰ ਹੈ। ਸਿੱਖੋ ਗੁਰੂ ਅੱਜ ਵੀ ਉਹੀ ਜੇ। ਇੱਕ ਸ਼ਬਦ ਪੜ੍ਹਦੇ ਜੇ ਨਾ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ ਰਹੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਅੱਜ ਦੇ ਉਹੋ ਹੀ ਹੈ, ਜੇ ਕਮੀ ਹੋਵੇਗੀ ਤੇ ਸਾਡੇ ਵਿੱਚ ਹੋਵੇਗੀ। ਗੁਰੂ ਅੱਜ ਵੀ ਉਹ ਬੈਠਾ ਝੋਲੀਆਂ ਭਰਦਾ ਏ, ਦਾਤੇ ਨੂੰ ਤਾਂ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਵੱਲ ਆਉਂਦਾ ਝੋਲੀਆਂ ਫਲਾਉਣ ਦਾ। ਇਹਦੇ ਮਾਲਕ ਸਦਾ ਹੀ ਬਖਸ਼ਿਸ਼ਾਂ ਵੰਡਦਾ ਹੈ, ਕਮੀ ਸਾਡੇ ਵਿੱਚ ਹੋ ਸਕਦੀ, ਗੁਰੂ ਵਿੱਚ ਕੋਈ ਨਹੀਂ। ਸਰਦਾਰ ਧੰਨਾ ਸਿੰਘਾ ਤੂੰ ਨੀਵਾਂ ਹੋ ਕੇ ਆਇਆ, ਤੂੰ ਮਾਣ ਪਾ ਕੇ ਜਾਵੇਂਗਾ। ਫਿਰ ਪਾਤਸ਼ਾਹ ਦੇ ਚਰਨਾਂ ਤੇ ਟਹਿ ਕੇ ਕਹਿੰਦਾ ਪਾਤਸ਼ਾਹ ਜੇ ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਗੁਨਾਹ ਨਹੀਂ ਕੋਈ ਕੀਤਾ,
फिर कृपा करो मैनू याद क्यों कीता है। न्यों लगदा गुरां दे चरनी, न्यों लगदा गुरां दे चरनी, सिख दशमेश गुर दा गल पल्ला ते करे अरज़ोइयां, रहमतां दा मी शहनशाह पा दिओ होगी सेवा लैनी दास तो ओ बता दिओ। सरदार धन्ना सिंह गुरु गोबिंद सिंह महाराज दे चरनां ते टठा पिया, बेनतियां कर रहा महाराज केड़ी गलती हो गई, क्यों याद किया है, क्यों याद फरमाया है। पातशाह कहते कोई गलती नहीं, साडी जान तो वध प्यारा है। पातशाह फिर कृपा करो मैनू ये दस दो भी केड़ी सेवा लैण वास्ते याद किया है। धन्ना सिंह नूं की हुक्म है, क्यों याद फरमाया मेरी सच्ची सरकार ने। ते पातशाह हुण दसन लगे भी धन्ना सिंघा तेनू क्यों याद किया है। ये जग्गियां दा आखिरी बंद है, इहदे विच ही इस बंद दा रिजल्ट है। बड़े प्यार नाल सरवण करो। सरदार धन्ना सिंह नूं महाराज दस रहे, धन्ना सिंघा तेनू क्यों याद किया है। लिखी चंदन कवि ने एक कविता, लिखी चंदन कवि ने एक कविता, देश दा जवाब होर ना तुसा करके अर्थ ओदे दसणे, रता नाल लगाउणी देर जी मौजिया वक्त मिलू ना दूजी वेर जी, मौजिया वक्त मिलू ना दूजी वेर जी, हाँ दूजी वेर जी, हो दूजी वेर जी हो। सतगुरु कहते धन्ना सिंघा तेनू तां याद किया भी सामने खलोता एक हंकार आखदा मेरे वर्गा सवैया कोई नहीं रह सकता, इसके अर्थ भी कोई नहीं कर सकता। धन्ना सिंह साडा हुक्म है तैनू भी इस सवैये दे अर्थ तू करने ने, चंदन द्वारा लिखे गए सवैये दे अर्थ तू करेगा। सरदार धन्ना सिंह नीवी पा के कहंदा पातशाह घोड़ियां दी जानकारी तो मैनू है, घोड़े की नस्ल कुनस्ल बारे मैं जानदा, बीमार पै जावे किवें ठीक करना मैं जानदा, गर्मी सर्दी च चारा केड़ा पाउणा मैं भी जानदा है। पर पातशाह इस सवैये दे अर्थां दा मैनू नहीं पता, कविता की हुंदी है, किवें लिखी जांदी, किवें रचिया जांदा, सवैया मैं नहीं जानदा। पातशाह किन्ने कवि तुहाडे कोल किसे दे कृपा कर दे उसने अर्थ कर देने ने। पातशाह कहंदे नहीं चंदा धन्ना सिंह साडा हुक्म है अर्थ तू ही करने ने। जदों पातशाह ने हुक्म ला दिता ना ते सरदार धन्ना सिंह ने गल विच पए होए पल्ले नूं दोवां हत्थां विच लैके एक बेनती कीती। आ निमरता दे बोल ने, निमरता पता की बोली। सरदार धन्ना सिंह ने आख्या महाराज फिर यह कृपा करो भी अर्थ धन्ना सिंह खुद करेगा कि जां तुहाडी रहमत होवेगी। हुण जानदा सरदार धन्ना सिंह भी 8वीं गद्दी दे वारस गुरु हरकिशन साहब पातशाह सन। जदों पंजोखरा साहब की धरती दे सिखो एक पंडित सी लाल चंद, वो पंडित लाल चंद ने आख्या गुरु हरकिशन साहब महाराज नूं महाराज साडा एक भगवान होया कृष्ण, तुसी अपने आप नूं हरकृष्ण कहंदे हो, उहदे नालों वड्डा सदवाउंदे जे। सवाद ते तां आउंदा भी जे गीता उसने गीता उचारण कीती, गीता रची, तुसी गीता दे अर्थ कर दिओ। पातशाह कहंदे पंडित जी जे असी अर्थ कर दिते ना ते शायद तुहाडे मन च भुलेखा रह जावे कि गुरु नानक दी गद्दी दे वारस ने, गुरु वंश विचों ने, हो सकदा इन्हां नूं विद्या मिल गई होवे। मार कहंदे तुसी किसे भी बंदे नूं लैओ ओह अर्थ करेगा। फिर पंडित ने चलाकी खेडी, उन्हें एक गूंगा ते बहरा बंदा लभा जिन्हों ना सुनदा सी ना बोलदा सी। वो महाराज दे कोल आ गया। पंडित कहंदा भी महाराज इहदे कोलों अर्थ करा दिओ। ते पातशाह कहंदे जी बिल्कुल करेगा, अर्थ तुहाडे सामने करेगा। पंडित जानदा भी गूंगा बहरा अर्थ किवें कर सकदा है। बाणी दी एक मोहर लाउण लगा जिस नूं दुनिया दी कोई ताकत चैलेंज नहीं कर सकदी। पातशाह दी गुरबाणी दा फैसला काटे कष्ट पूरे गुरदेव समरथ गुरु सिर हथ धरिओ। अरदास दे शब्दां श्री हरकिशन ध्याइए जिस डिठे सब दुख जाए,
ਉਹ ਗੁਰੂ ਪਾਤਸ਼ਾਹ ਨੇ ਫਿਰ ਉਹਦੇ ਸਿਰ ਤੇ ਛੜੀ ਰੱਖੀ। ਉਹਦੇ ਸਰਵਣ ਜਿਹੜੇ ਬੰਦ ਸਨ ਨਾ ਸਰੋਤ, ਪਾਤਸ਼ਾਹ ਨੇ ਉਹਦੇ ਦੁਆਰ ਖੋਲ ਦਿੱਤੇ। ਫਿਰ ਉਹ ਗੀਤਾ ਦਾ ਸਭ ਤੋਂ ਮਹਿੰਗਾ ਸ਼ਲੋਕ ਬੋਲਿਆ। ਉਹਨੇ ਆਖਿਆ ਯਦਾ ਯਦਾ ਹੈ ਧਰਮਸਿਆ ਗਲਾ ਨਿਰਭਵਤ ਭਾਰਤ ਅਭਿਉਤ ਥਾਨਮ ਧਰਮਸਿਆ ਤਦਾ ਤਮਾਨਮ ਸੁਜਾ ਮਹਿਮ, ਕਿ ਜਦੋਂ ਜਦੋਂ ਧਰਤੀ ਦੇ ਪਾਪ ਗਰਦੀ ਵੱਧਦੀ ਹੈ ਭਗਵਾਨ ਆਪਣਾ ਰੂਪ ਵਟਾ ਕੇ ਆਉਂਦਾ ਹੈ। ਹੁਣ ਸਰਦਾਰ ਧੰਨਾ ਸਿੰਘ ਜਾਣਦਾ ਹੈ ਜੇ 8ਵੇਂ ਪਾਤਸ਼ਾਹ ਇੱਕ ਗੂੰਗੇ ਦੇ ਬਹਿਰੇ ਕੋਲੋਂ ਗੀਤਾ ਦੇ ਅਰਥ ਕਰਾ ਸਕਦੇ ਨੇ ਤੇ ਗੁਰੂ ਦੀ ਕਿਰਪਾ ਨਾਲ ਮੈਨੂੰ ਤੇ ਰੱਬ ਨੇ ਬੋਲਣ ਨੂੰ ਜ਼ੁਬਾਨ ਵੀ ਦਿੱਤੀ ਤੇ ਸੁਣਨ ਨੂੰ ਕੰਨ ਵੀ ਦਿੱਤੇ ਨੇ, ਫਿਰ ਅਰਥ ਕਿਉਂ ਨਹੀਂ ਹੋ ਸਕਦੇ? ਤੇ ਉਹ ਵੀ ਇੱਕ ਆਮ ਕਵੀ ਵੱਲੋਂ ਉਚਾਰਨ ਗਿਆ ਸਵਈਏ ਦੇ, ਉਚਾਰੇ ਕੀਤੇ ਹੋਏ ਸਵਈਏ ਦੇ। ਸਰਦਾਰ ਧੰਨਾ ਸਿੰਘ ਜਦੋਂ ਬੇਨਤੀ ਕੀਤੀ ਤੇ 10ਵੇਂ ਪਾਤਸ਼ਾਹ ਪਤਾ ਕੀ ਸ਼ਬਦ ਕਹੇ? ਮਹਾਰਾਜ ਕਹਿੰਦੇ ਧੰਨਾ ਸਿੰਘਾ ਵੱਡੇ ਸਤਿਗੁਰੂ ਮਿਹਰ ਕਰਨਗੇ। ਅੱਜ ਕੱਲ ਅਸੀਂ ਪੰਜਾਬ ਦੀ ਧਰਤੀ ਤੇ ਹੋਰ ਹੀ ਕਿਸੇ ਨੂੰ ਵੱਡਾ ਬਣਾ ਲਿਆ। ਅਸੀਂ ਕਹਿੰਦੇ ਵੱਡੇ ਬਾਬੇ ਦਾ ਨਾਂ ਹੀ ਨਾ ਲਓ, ਜੇ ਨਾਂ ਨਹੀਂ ਲੈਣਾ ਏਡਾ ਹੀ ਬਾਬਾ ਡਰਾਉਣਾ ਵੀ ਜਿਹੜਾ ਸਾਨੂੰ ਮਾਰ ਦੇਵੇਗਾ। ਵੱਡਾ ਪਤਾ ਕੌਣ ਜੇ? ਕਦੀ ਬਾਣੀ ਨੂੰ ਪੁੱਛਿਆ ਕਰੋ, ਕਿਸੇ ਦਿਨ ਨਾ ਟਾਈਮ ਕੱਢ ਕੇ ਪੰਚਮ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਹੋ ਤੇ ਇੱਥੋਂ ਆ ਕੇ ਪੁੱਛੋ ਵੀ ਮਹਾਰਾਜ ਤੁਹਾਡੀ ਨਜ਼ਰ ਵਿੱਚ ਵੱਡਾ ਕੌਣ ਹੈ, ਤੇ ਪੰਚਮ ਪਾਤਸ਼ਾਹ ਤੁਹਾਨੂੰ ਜਵਾਬ ਦੇਣਗੇ। ਸਤਿਗੁਰੂ ਕਹਿਣਗੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਸ ਨੇ ਇਸ ਕਲਯੁਗ ਦੇ ਵਿੱਚ ਸਾਡੀ ਰੱਖ ਲਈ। ਸਭ ਤੋਂ ਵੱਡਾ ਪਰਮਾਤਮਾ ਹੋਰ ਕੋਈ ਨਹੀਂ, ਉਹ ਤੋਂ ਵੱਡਾ ਦੁਨੀਆ ਵਿੱਚ ਕੋਈ ਅੱਜ ਤੱਕ ਨਾ ਹੋਇਆ ਤੇ ਨਾ ਰਹਿੰਦੀ ਦੁਨੀਆ ਤੱਕ ਕੋਈ ਹੋਵੇਗਾ। ਸਰਦਾਰ ਧੰਨਾ ਸਿੰਘ ਨੂੰ ਮਹਾਰਾਜ ਨੇ ਆਖਿਆ ਵੱਡੇ ਸਤਿਗੁਰੂ ਮਿਹਰ ਕਰਨਗੇ। ਜਦੋਂ ਸਰਦਾਰ ਧੰਨਾ ਸਿੰਘ ਨੇ ਸ਼ਬਦ ਸੁਣੇ ਨਾ, ਸਰਦਾਰ ਧੰਨਾ ਸਿੰਘ ਨੂੰ ਐਉਂ ਲੱਗਾ ਜਿਵੇਂ ਉਹਦੇ ਅੰਦਰ ਪ੍ਰਕਾਸ਼ ਹੋ ਗਿਆ ਹੋਵੇ। ਉਹਨੇ ਕਿਹਾ ਸੁਣਾਓ ਚੰਦਨ ਜੀ ਆਪਣਾ ਸਵਈਆ। ਜੇ ਤਾਂ ਰੇੜਕਾ ਪਾ ਕੇ ਬੈਠੇ ਵੀ ਮੇਰੇ ਸਵਈਏ ਵਰਗੇ ਦੇ ਅਰਥ ਹੀ ਕੋਈ ਨਹੀਂ ਕਰ ਸਕਦਾ, ਇਹੋ ਜਿਹਾ ਸਵਈਆ ਕੋਈ ਨਹੀਂ ਰਹਿ ਸਕਦਾ। ਹੰਕਾਰੇ ਹੋਏ ਚੰਦਨ ਕਵੀ ਨੇ ਵੇਖਿਆ ਉਹ ਧੰਨਾ ਸਿੰਘ ਘਾਹ ਖੋਦ ਕੇ ਲਿਆਇਆ, ਇਹਦੇ ਚੋਲੇ ਵਿੱਚ ਅਜੇ ਵੀ ਕਿਤੇ ਕਿਤੇ ਘਾਹ ਦੀਆਂ ਤੜਾਂ। ਕਹਿੰਦਾ ਉਹ ਚੰਦਨਾ ਢੋਲ ਨਾ ਜਾਵੀਂ, ਇਹੋ ਜਿਹਾ ਬੰਦਾ ਤੇਰੇ ਸਵਈਏ ਦਾ ਅਰਥ ਕਰ ਦਵੇ, ਇਹਦੇ ਹੋ ਹੀ ਨਹੀਂ ਸਕਦਾ। ਫਿਰ ਹੰਕਾਰੇ ਚੰਦਨ ਕਵੀ ਨੇ ਸਵਈਆ ਸੁਣਾਇਆ। ਸਵਈਆ ਤੁਸੀਂ ਵਿਦਵਾਨ ਬੈਠੇ ਹੋ, ਬੜੇ ਪਿਆਰ ਨਾਲ ਟਿਕੇ ਹੋ, ਮੈਂ ਤੁਹਾਡੇ ਨਾਲ ਸਾਂਝ ਪਾ ਦੇਵਾਂ ਵੀ ਸਵਈਆ ਹੁੰਦਾ ਕੀ ਹੈ। ਸਵਈਆ ਤੁਸੀਂ ਰਹਿਰਾ ਸਾਹਿਬ ਤੋਂ ਬਾਅਦ ਪੜ੍ਹਦੇ ਹੋਗੇ, ਚਪਈ ਸਾਹਿਬ ਤੋਂ ਬਾਅਦ, ਚਪਈ ਸਾਹਿਬ ਤੋਂ ਬਾਅਦ ਇੱਕ ਸਵਈਆ ਦਸਮ ਪਾਤਸ਼ਾਹ ਦਾ ਪੜ੍ਹਦੇ ਜੀ। ਉਹਨੂੰ ਪੜ੍ਹਨ ਦੀ ਇੱਕ ਚਾਲ ਹੁੰਦੀ ਹੈ ਵੀ ਕਿਵੇਂ ਪੜ੍ਹਿਆ ਜਾਣਾ। ਇੱਕ ਚਾਲ ਹੀ ਸਾਂਝੀ ਕਰ ਲਗਾ, ਬਹੁਤੀਆਂ ਨਹੀਂ। ਸਵਈਏ ਦੇ ਬੋਲ ਨੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ, ਸਿਮਰਤ ਸ਼ਾਸਤਰ वेद सबै बहु भेद कहे हम एक न जानियो, श्री स्पान कृपा तुमरी कर मैं ना कहो सब तोहे बखानियो। ये सवैया है। सवैया लिखा कदे कवि संतोख सिंह ने ब्रिज भाषा दा, बड़ी महंगी है ब्रिज भाषा। ब्रिज भाषा विच उन्हां सवैया लिखा, कलम चली कवि संतोख सिंह दी ते सिफत उन्हां कीती दसम पातशाह दी। आ सवैये दी रवानगी वेखियो भी सवैया चलदा किवें है। वो पातशाह दी सिफत करदे लिखदे ने, ਉਹ ਕਹਿੰਦੇ ਹਰ ਗੋਬਿੰਦ ਨੰਦਨ ਨੰਦਨ ਕੋ ਅਭਿਨੰਦਨ ਕੇ ਪਦ ਜੇ ਅਰਬਿੰਦੂ। ਸਵਈਆ ਇਸ ਤਰ੍ਹਾਂ ਹੁੰਦਾ ਜਿਵੇਂ ਆਕਾਸ਼ ਤੋਂ ਮੀਂਹ ਵਰਦਾ ਹੋਵੇ ਨਾ ਤੇ ਵਿੱਚ ਰੁਕਾਵਟ ਨਾ ਪਵੇ, ਬਿਲਕੁਲ ਪੱਧਰਾ ਤੁਰਿਆ ਜਾਵੇ। ਹਰ ਗੋਬਿੰਦ ਨੰਦਨ ਨੰਦਨ ਕੇ ਅਭਿਨੰਦਨ ਕੇ ਪਦ ਜੇ ਅਰਬਿੰਦੂ, ਦੁਖ ਦੁੰਦ ਨਿਕੰਦਨ ਆਨੰਦ ਕੰਦ ਮਕੰਦ ਬਿਲੰਦ ਕਰੇ ਜਨ ਹਿੰਦੂ, ਤੁਰ ਕਿੰਦ ਉਡਿੰਦ ਦਿਨਿੰਦ ਤਨੈ ਗੁਰੂ ਗੋਬਿੰਦ ਸਿੰਘ ਸਬੈ ਜਗ ਬਿੰਦੂ, ਸਰਪਿੰਦ ਖਗਿੰਦ ਗਲਿੰਦ ਤੁਲੁੰ ਬਲਵੰਡ ਅਖੰਡ ਸੁਰਿੰਦ ਇੰਦੂ। ਇਹਨੂੰ ਸਵਈਆ ਕਹਿੰਦੇ। ਹੁਣ ਸਵਈਆ ਜਿਹੜਾ ਉਚਾਰਨ ਕੀਤਾ ਸੀ ਨਾ ਚੰਦਨ ਕਵੀ ਹੰਕਾਰ ਵਿੱਚ ਆ ਕੇ, ਉਹਨੇ ਆਪਦਾ ਸਵਈਆ ਸੁਣਾਇਆ। ਉਹਦੇ ਬੋਲ ਕੀ ਸੀ, ਜਿਸ ਗੱਲ ਤੇ ਸਾਰਾ ਆਲਾ ਦੁਆਲਾ ਇਸ ਪ੍ਰਸੰਗ ਜਿਸ ਤੇ ਟਿਕਿਆ ਹੈ, ਉਹਦੇ ਬੋਲ ਸੀ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪਿਆਦੇ ਦਾਇਕ ਪਾਏ, जीत कला नवसातन की नवसातन के मुख अंचल छाए, मानो मैं के मंडल में कवि चंदन चंद कलेवर छाए। ये उदा सवैया है। जदों सरदार धन्ना सिंह ने सुनिया ना, खंगूरा जा मार के सरदार धन्ना सिंह मुस्कुराया। उन्हें आख्या चंदन जी मैं तो सोचा पता नहीं किड्डा औखा सवैया जी तो एडा मान कर बैठे जी, तुहाडा तो सवैया बड़ा सौखा है। चंदन के मथे ते तरेलियां आ गई भी एक घोड़ियां दा काई मेरे सवैये नूं चैलेंज कर गया, एडा सौखा सवैया ये किवें हो सकता है। सरदार धन्ना सिंह ने आख्या मैं अर्थ कर लगा, जे तां ठीक होए ते पातशाह दे चरनां ते टै पिओ, गुरु बड़ा बख्शेंजे, अकिरत कणा नूं पालदा प्रभ नानक सद बख्शेंद, जो सर नावै तिस कंठ लावै, ए बिरध स्वामी संदा, पिछले औगण बख्श लै प्रभ आगे मार्ग पावै। ये गुरु ऐसा है ये सदा ही बख्शणहार जी, तुहानूं बख्श लवेगा। सरदार धन्ना सिंह ने उहदा सवैया सुनाया जी। सवैये दा उहने अर्थ कीते नवसात तीए। चंदन जी तुहाडा सवैया 16 मात्रां दे आले दुआले घुमदा है। नव सात, नव दा मतलब 9 ते सात दा मतलब 7 है।
9 ਤੇ 7 16 ਹੋ गए। नव 7 तीए, तीए का मतलब है इस्त्री। चंदन नूं अर्थ करके सुना रहा धन्ना सिंह। चंदन जी तुहाडे सवैये दे बोल ने नव 7 तीए 9 ते 7 16 साल की इस्त्री। नव 7 कीए 9 ते 7 16 उसने श्रृंगार कीते। नव 7 पीए 9 ते 16 9 ते 7 16 साल का उहदा पति। नव 7 9 ते 7 16 पियाए 16 साल पिछों परदेस विचों वापस आया। सरदार धन्ना सिंह ने आख्या चंदन जी तुसी कहंदे सी भी मेरे सवैये दे अर्थ कोई नहीं कर सकता, पर मैं तुहानूं कहना तुहाडा ते सवैया भी गलत जी। चंदन दे ऐं हो गया जिवें खंबे ते खतरा लिखिया होवे भी मेरे सवैये ने गलती कढ गया, वो भी घोड़ियां दा घाई। सरदार धन्ना सिंह ने आख्या तुहाडा सवैया गलत पता किवें? तुसी आख्या 16 साल की इस्त्री, 16 उसने श्रृंगार कीते, 16 साल का उहदा पति। इतों तक तो ठीक आ गया। तुसी कहंदे 16 साल पिछों परदेस विचों उहदा पति वापस आया। चंदन जी जो दोवें जी 16 साल दे ने, पति 16 साल परदेस विच रहा, ते उन्हां दा विआह किहड़े वेले होया, वो पति पत्नी किहड़े वेले बने? इस करके तुहाडे सवैये विच 16 साल नहीं 16 हफ्ते 16 महीने कह जा सकते ने। पर मैनू दसम पातशाह ने गलती कड्ढण नूं नहीं क्या, अर्थ करन नूं क्या। इहनूं कहंदे विद्वानां दी चपेड़ ਜਿਹੜੀ वजे ते खड़ाक भी पैदा ना करे, जिसका पता भी ना लगे। सरदार धन्ना सिंह ने आख्या मैं अर्थ कर लगा, गलती हुई तो टोक देना। दसम पातशाह का दरबार सज्जिया होया। सतगुर सच्चे पातशाह के दरबार में बैठे हुए महाराज दे कवि, कवियों की गिनती है 52। कवि उदय राय जी, अल्लू जी, आसा सिंह जी, आलम जी, अली हुसैन जी, अमृत राय जी, अणी राय जी, ईचर जी, सुखा सिंह जी, सुखदेव जी, सुखू जी, सुखिया जी, सुदामा जी, सैनापत जी, सुंदर जी, श्याम जी, सोहन जी, हीर टैकन जी, हंसराम जी, कलहुआ जी, कुवरेज जी, खानचंद जी, गुणिया जी, गुरदास जी, चंदन जी, चंदा सिंह जी, धन्ना सिंह जी, धर्म सिंह जी, ध्यान सिंह जी, नानू जी, निचलदास जी, निहाल चंद जी, नंद लाल जी, नंद सिंह जी, पिंडी लाल जी, बड़ू बलू जी, बिधी चंद जी, ब्रिखा जी, ब्रिज लाल जी, मदन गिर जी, मधु जी, मान चंद जी, मानदास जी, माला सिंह जी, मंगल जी, रावल जी, रोशन सिंह, रामचंद, हीर टैकन ते जमाल जी महाराज दे कवि सजे। दसम पातशाह तख्त दे सुबह पार है, नीले रंग का बाणा, सीस उपर उच्चा लम्मा नीले रंग का दुमाला, दुमाले में सजे हुए चक्कर, चक्रां में हीरियां जड़ी कलगी, उंगल ते बैठा उड्डू उड्डू करदा बाज, सामने बैठे गुरु गोबिंद सिंह महाराज दे बिंदी अते नादी साहिबजादे दसम पातशाह दे सिख सजे हुए ने। और कवि एक पासे हंकार है चंदन कवि, एक पासे निमरता दा पुंज सरदार धन्ना सिंह। सरदार धन्ना सिंह ने आख्या चंदन जी जे तां गलती हुई मैनूं टोक देना, ठीक होया दे पातशाह दे चरनां दे ढह पिओ, पाके आग्या दसम पातशाह दी। सरदार धन्ना सिंह उस हंकारे हुए चंदन कवि दे उचारे गए सवैये दे अर्थ जिस कदर कर रहा है। सुनियो इस वेले दा सीन मानवीर सिंह बीए पहुविंड दा ढाडी थाना शब्दां विच बेनती। कवि जी तुसाने रची कविता सुन लो यार थे उस दे 16 साल दी 16 साल दी कुड़ी मुंडियार ने 16 ही श्रृंगार करे ने 16 साल दा 16 साल दा पति ओदा प्यारा 16 साल आया देश नू फेर चौपड़ फेर चौपड़ फेर चौपड़ फेर चौपड़ बिछाया दोहां जियां ने 16 करा वाला भाई जी 16 रख के उस ते मोरे
ਹੋਇਆ ਜਦੋਂ ਹਾਰ ਗਈ, ਜਦੋਂ ਹਾਰ ਗਈ ਉਸ ਦੀ ਪਤਨੀ, ਚੱਪੜ ਪਤੀ ਨਾ ਖੇਡ ਕੇ ਖੁੰਡੀ ਉਸਨੇ, ਖੁੰਡੀ ਉਸਨੇ, ਖੁੰਡੀ ਉਸਨੇ, ਖੁੰਡੀ ਉਸਨੇ ਚੁੰਨੀ ਦੇ ਨਾਲ ਕੱਟਿਆ, ਡਾਢੀ ਸ਼ਰਮਾਈ ਪਤੀ ਤੋਂ ਮੁਖ ਉਸਦਾ, ਮੁਖ ਉਸਦਾ ਚੁੰਨੀ ਚੋਂ ਇੰਜ ਲੱਗਦਾ ਜਿਵੇਂ ਚੰਨ ਬੱਦਲਾਂ ਚੋਂ ਆ ਕੇ ਬਾਰ ਤੇ, ਆ ਕੇ ਬਾਰ ਤੇ ਬਖੇਰੇ ਰੁਸ਼ਨਾਈਆਂ, ਐਵੇਂ ਮੁਟਿਆਰ ਸੱਜਦੀ ਇਹਨੇ ਅਰਥ, ਇਹਨੇ ਅਰਥ ਕਵੀ ਜੀ ਤੇਰੀ ਕਹਾਵਤੇ, ਕਵੀ ਜੀ ਤੇਰੀ ਕਹਾਵਤੇ, ਝੂਠ ਹੈ ਤਾਂ ਦੱਸ ਖੋਲ ਕੇ ਚੰਦਨਾ, ਚੰਦਨਾ ਕਰੋ ਦਸ਼ਮੇਸ਼ ਪਿਤਾ ਨੂੰ ਜੀ ਹੁਣ ਬੰਦਨਾ, ਕਰੋ ਦਸਵੇਂ ਪਿਤਾ ਨੂੰ ਜੀ ਹੁਣ ਬੰਦਨਾ, ਕਰੋ ਦਸਵੇਂ ਪਿਤਾ ਨੂੰ ਜੀ ਹੁਣ ਬੰਦਨਾ। ਸਰਦਾਰ ਧੰਨਾ ਸਿੰਘ ਨੇ ਸਵਈਏ ਦੇ ਅਰਥ ਕੀਤੇ, ਨਾ ਵਸਾਤ ਤੀਏ ਨਾ ਵਸਾਤ ਕੀਏ, ਨਾ ਵਸਾਤ ਪੀਏ ਨਾ ਵਸਾਤ ਪਿਆਏ। 16 ਸਾਲ ਦੀ ਇਸਤਰੀ 16 ਸ਼ਿੰਗਾਰ ਕੀਤੇ, 16 ਸਾਲਾਂ ਦਾ ਪਤੀ ਤੁਹਾਡੇ ਕਹਿਣ ਮੁਤਾਬਕ 16 ਸਾਲਾਂ ਪਿੱਛੋਂ ਪਰਦੇਸ ਚੋਂ ਵਾਪਸ ਆਇਆ। ਹੋਇਆ ਕੀ? ਨਾ ਵਸਾਤ ਅਰਚੇ ਨਾ ਵਸਾਤ ਬੱਦੇ ਨਾ ਵਸਾਤ ਪਿਆਦੇ ਦਾਇਕ ਪਾਏ। ਪਤੀ ਵਾਪਸ ਆਇਆ, ਇਸਤਰੀ ਨੇ ਆਖਿਆ ਸੀ ਧਰਤੀ ਦੇ ਚੌਪੜ ਰੱਖ ਕੇ ਉੱਤੇ 16 ਮੋਹਰਾਂ ਰੱਖ ਕੇ ਸ਼ਤਰੰਜ ਖੇਡਣਾ ਹੈ। ਖੇਡਦਿਆਂ ਖੇਡਦਿਆਂ ਕੀ ਹੋਇਆ? ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖਨ ਚਲ ਛਾਏ। ਤੇਜ਼ ਬੁੱਧੀ ਦਾ ਮਾਲਕ ਪਤੀ ਜਿੱਤ ਗਿਆ, ਇਸਤਰੀ ਹਾਰ ਗਈ। ਮਾਨੋ ਮੇਘ ਕੇ ਮੰਡਲ में कवि चंदन चंद कलेवर छाए। इस्त्री लज्जा महसूस की, चुन्नी ना मुखड़ा टक्या, हवा आई चुन्नी पासे होई, मुखड़ा दिसिया ते ऐं जापिया जिवें आसमान दे विचों चंद्रमा बाहर दिखाई देता होवे। चंद्र जी इहो तुहाडे सवैये दे अर्थ, इस तो वध कुछ भी नहीं। दसम पातशाह किंदे शाबाश धन्ना सिंह, एक घोड़ियां दे घाई ने एक राज कवि दे सवैये दे अर्थ कर दित्ते। अजे इन्नी गल होई निबड़ी सी, संगत विचों एक सिंह ने आवाज़ दे के आख्या महाराज एक बेनती करनी है। ये सिंह दी ते बेनती सी। चंदन ने समझा मेरे भा दी बिपता खड़ी हो गई। वो सिंह कहंदा महाराज पहला ते चंदन कवि ने सवैया रचिया, अर्थ धन्ना सिंह ने कीते घोड़ियां दे घाई ने। हुण पातशाह काम उल्ट हो जावे, हुण धन्ना सिंह घोड़ियां दा घाई है, ये सवैया रचे ते चंदन कवि नूं कहो भी एडा विद्वान ते अर्थ करके विखावे। महाराज ने आख्या भी धन्ना सिंह सुन लिया संगत की कहिंदी है। पातशाह सुन ते लिया पर बेनती पहला वाली। पातशाह कहते केड़ी? महाराज सवैया जड़ा धन्ना सिंह उचारण करेगा कि तुसी रहमत करोगे? पातशाह कहते धन्ना सिंह तुहानूं आख्या गुरु नानक मेहर करेगा। फिर सरदार धन्ना सिंह ने सवैया उचारण किया। उन्हें आख्या चंदन जी बिल्कुल सुरती कागर करके सुनियो, बाद में उलामा ना दिओ भी मेरे ख्याल खिंडर गया सी। एक पंक्ति नूं मैं बार बार रिपीट कर रहा, मैं रमता विच ही बेनती की सी, प्रभ की उस्तत करो संत मीत सावधान एकागर चीत। वो पंक्ति का निचोड़ इत्थे कह के आपां इस प्रसंग दे विच उसनूं लिआउणा है। भी कवि ने आख्या, सरदार धन्ना सिंह ने आख्या चंदन जी सुरती कागर करके सुनियो, बाद में उलामे ना देने भी मेरी तो सुरती नहीं कागर रही। सरदार धन्ना सिंह ने सवैया उचारण किया। ਉਹਦੇ सवैये ਦੇ बोल की सी? ਉਹ ਕਹਿੰਦਾ मीन मरे जल के परसे कबहू ना मरे पर पावक पाए, हाथी मरे मद के परसे कबहू ना मरे तन ताप के आए, तिया मरे पिया के परसे कबहू ना मरे पर देश सदाए, गूढ़ में बात कई द्रिजराज विचार सके ना बिना चितलाए। ये सवैया उचारण किया ते हंकारे हो चंदन कवि ने आख्या महाराज दा सवैया गलत लिया जापदा, मैनू समझ नहीं पिया। पातशाह कही जांदा भी जे मच्छी नूं पानी विच पाओ तो मर जाती है, ये कहंदा जग विच पाओ तो मरदी नहीं, ये कहंदा हाथी नूं शराब पियाओ तो मर जांदा है, ये कहंदा उहनूं बुखार हो जावे तो मरदा नहीं। धन्ना सिंह कहंदा जे स्त्री दा पति परदेश चला जावे वो मरदी नहीं, तो महाराज कहंदा परदेश चों वापस आ जावे तो मर जाती है। पातशाह उल्ट कह रहा है, जद के मच्छी पानी विचों कढ़िया मरदी है और अग विच उहदा जीवन नहीं पानी विच जीवन है। हाथी नूं शराब पाईए तो मस्त हो जाता है, हाथी नूं बुखार होवे तो दी मौत हुंदी है। पातशाह धन्ना सिंह कहंदा भी स्त्री दा पति परदेश चला जावे तो मर जाती है, नहीं मरदी, ते परदेश चों वापस आवे मर जाती है। महाराज स्त्री दा पति परदेश विच गया होवे, कोई खबर ना आवे, उस वक्त पातियां दा काम चलदा सी चिट्ठी दा, भी कोई चिट्ठी नहीं आई सोखसान दी ते पत्नी दे विजोग विच मर जाती सी। पातशाह दा सवैया गलत जाए, मैनू समझ नहीं पिया, इनू को आप ही अर्थ करके सुना देवे। महाराज कहंदे धन्ना सिंह सुन लिया। दसम पातशाह कहन लगे धन्ना सिंह हंकार ने दिमागी तवज्जन खराब करके रख दिता इस चंदन कवि का, ਇਹਦਾ दिमाग संतुलन टिकाने नहीं रहा। वेखो मैं बेनती की सी, हंकारे बंदे की मत मारी जाती है।
ਹੁਣ ਨਿਮਰਤਾ ਵਾਲੇ ਨੂੰ ਵਡਿਆਈਆਂ ਮਿਲਣੀਆਂ, ਬੜੇ ਪਿਆਰ ਨਾਲ ਪ੍ਰਸੰਗ ਦਾ ਰਿਜ਼ਲਟ ਕੱਢਣ ਲੱਗਾ ਹੈ। ਸਰਦਾਰ ਧੰਨਾ ਸਿੰਘ ਨੂੰ ਮਾਰ ਕਹਿੰਦੇ ਤੂੰ ਅਰਥ ਕਰਕੇ ਸੁਣਾ। ਸਰਦਾਰ ਧੰਨਾ ਸਿੰਘ ਨੇ ਆਖਿਆ ਚੰਦਰ ਜੀ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸੀ ਵੀ ਇੱਕ ਪੰਕਤੀ ਵਿੱਚ 2 ਸਵਾਲ ਤੇ 2 ਜਵਾਬ ਸੀ, ਸੁਰਤੀ ਕਾਗਰ ਨਹੀਂ ਰਹੀ, ਵਿਸ਼ਰਾਮ ਟਿਕਾਣੇ ਨਹੀਂ ਲੱਗਾ। ਬਾਣੀ ਪੜਨ ਵਾਲੇ ਸਿੱਖ ਜਾਣਦੇ ਵੀ ਜਦੋਂ ਬਾਣੀ ਵਿੱਚ ਵਿਸ਼ਰਾਮ ਟਿਕਾਣੇ ਨਾ ਲੱਗਣ ਉਦੋਂ ਬਾਣੀ ਦੇ ਅਰਥ ਬਦਲ ਜਾਇਆ ਕਰਦੇ ਨੇ। ਸਰਦਾਰ ਧੰਨਾ ਸਿੰਘ ਨੇ ਪਹਿਲੀ ਪੰਕਤੀ ਵਿੱਚ ਦੱਸਿਆ ਵੀ ਚੰਦਨ ਜੀ ਪਹਿਲੀ ਪੰਕਤੀ ਵਿੱਚ 2 ਸਵਾਲ ਸੀ ਤੇ 2 ਜਵਾਬ ਸੀ। ਪਹਿਲਾ ਸਵਾਲ ਕੀ ਸੀ ਕਿ ਮੀਨ ਮਰੇ ਜਲ ਕੇ ਪਰਸੇ, ਇੰਟੈਰੋਗੇਟਿਵ ਸਾਈਨ ਸੀ, ਪ੍ਰਸ਼ਨਵਾਚਕ ਚਿੰਨ੍ਹ ਸੀ ਵੀ ਮੱਛੀ ਨੂੰ ਪਾਣੀ ਵਿੱਚ ਪਾਈਏ ਤੇ ਮਰ ਜਾਂਦੀ ਹੈ। ਜਵਾਬ ਸੀ ਕਬੂ ਨਾ, ਨਹੀਂ ਮਰਦੀ। ਸਵਾਲ ਸੀ ਕਿਵੇਂ ਮਰਦੀ ਹੈ, ਜਵਾਬ ਸੀ ਮਰੇ ਪਰ ਪਾਵਕ ਪਾਏ, ਜਦੋਂ ਕੋਈ ਮੱਛੀ ਨੂੰ ਅੱਗ ਵਿੱਚ ਪਾਵੇ ਉਹਦੀ ਮੌਤ ਹੁੰਦੀ ਹੈ। ਅਗਲੀ ਪੰਕਤੀ ਵਿੱਚ 2 ਸਵਾਲ ਤੇ 2 ਜਵਾਬ ਸਨ। ਹਾਥੀ ਮਰੇ ਮੱਧ ਕੇ ਪਰਸੇ, ਹਾਥੀ ਨੂੰ ਸ਼ਰਾਬ ਪੈ ਗਈ ਤੇ ਮਰ ਜਾਂਦਾ ਹੈ, ਜਵਾਬ ਸੀ ਕਬੂ ਨਾ। ਅਗਲਾ ਸਵਾਲ ਹੈ ਵੀ ਕਿਵੇਂ ਮਰਦਾ ਹੈ, ਜਵਾਬ ਸੀ ਮਰੇ ਤਨ ਤਾਪ ਕੇ ਆਏ। ਕੁਦਰਤ ਦਾ ਇੱਕ ਯੂਨੀਵਰਸਲ ਟਰੂਥ ਹੈ, ਇੱਕ ਸੱਚਾਈ ਹੈ ਕੁਦਰਤ ਦੀ ਵੀ ਹਾਥੀ ਨੂੰ ਬੁਖਾਰ ਚੜ ਜਾਵੇ ਤਾਂ ਉਹਦੀ ਮੌਤ ਦਾ ਕਾਰਨ ਬਣ ਜਾਇਆ ਕਰਦਾ ਕਈ ਵਾਰ। ਸਰਦਾਰ ਧੰਨਾ ਸਿੰਘ ਨੇ ਆਖਿਆ ਚੰਦਨ ਜੀ ਆ ਤੀਸਰੀ ਪੰਕਤੀ ਵਿੱਚ 2 ਸਵਾਲ ਸੀ, ਤੀਆ ਮਰੇ ਪੀਆ ਕੇ ਪਰਸੇ, ਕਿ ਪਤਨੀ ਦਾ ਪਤੀ ਪ੍ਰਦੇਸ਼ ਵਿੱਚੋਂ ਵਾਪਸ ਆ ਜਾਵੇ ਤੇ ਪਤਨੀ ਮਰ ਜਾਂਦੀ ਹੈ, ਜਵਾਬ ਹੈ ਕਬੂ ਨਾ। ਉਹ ਤੇ ਖੁਸ਼ ਹੋ ਜਾਂਦੀ ਵੀ ਸੁੱਖ ਸਾਂਦ ਨਾਲ ਆ ਗਿਆ। ਸਵਾਲ ਹੈ ਕਿਵੇਂ ਮਰਦੀ ਹੈ, ਜਵਾਬ ਸੀ ਮਰੇ ਪ੍ਰਦੇਸ਼ ਸਦਾਈ। ਜਦੋਂ ਇਸਤਰੀ ਦਾ ਅੱਜ ਤੇ ਸਮਾਂ ਬਦਲ ਗਿਆ ਨਾ, ਮੋਬਾਈਲ ਦੇ ਜ਼ਰੀਏ ਇੱਥੋਂ ਵੀ ਏਅਰਪੋਰਟ ਤੋਂ ਵੀਡੀਓ ਕਾਲ ਹੋ ਜਾਂਦੀ ਹੈ, ਅਗਲੇ ਪਾਸੇ ਉਤਰਦਿਆਂ ਸਾਰੀ ਹੋ ਜਾਂਦੀ ਵੀ ਅਸੀਂ ਪਹੁੰਚ ਗਏ ਸੁੱਖ ਸਾਂਦ ਨਾਲ, ਰਾਜੀ ਖੁਸ਼ੀ ਪਹੁੰਚ ਗਿਆ। ਉਦੋਂ ਨਹੀਂ ਸੀ, ਉਦੋਂ ਚਿੱਠੀਆਂ ਦਾ ਕੰਮ ਸੀ ਤੇ ਚਿੱਠੀ ਵੀ ਕਿਹੜੀ, ਉਦੋਂ ਡਾਕ ਚੱਲਿਆ ਕਰਦਾ ਸੀ ਵੀ ਐਡੀ ਸਪੀਡ ਦੇ ਨਾਲ ਪਹੁੰਚ ਜਾਣੀ, ਕਈ ਮਹੀਨੇ ਲੱਗ ਜਾਇਆ ਕਰਦੇ ਸੀ। ਸਰਦਾਰ ਧੰਨਾ ਸਿੰਘ ਨੇ ਆਖਿਆ ਤੀਆ ਮਰੇ ਪੀਆ ਕੇ ਪਰਸੇ, ਪਤੀ ਪ੍ਰਦੇਸ਼ ਵਿੱਚੋਂ ਆਵੇ ਤੇ ਇਸਤਰੀ ਕਬਹੂ ਨਾ ਨਹੀਂ ਮਰਦੀ। ਸਵਾਲ ਹੈ ਕਿਵੇਂ ਮਰਦੀ ਹੈ, ਜਵਾਬ ਹੈ ਮਰੇ ਪ੍ਰਦੇਸ਼ ਸਦਾਈ। ਜਦੋਂ ਪਤੀ ਪ੍ਰਦੇਸ਼ ਚਲਾ ਜਾਵੇ ਕੋਈ ਖਬਰ ਹੀ ਨਾ ਆਵੇ, ਘਰ ਦੇ ਵਿੱਚ ਪਤਾ ਨਾ ਲੱਗੇ ਵੀ ਉਹ ਜਿਉਂਦਾ ਵੀ ਹੈ ਕਿ ਜਾਂ ਮਰ ਗਿਆ, ਤੇ ਇਸਤਰੀ ਉਹਦੇ ਵਿਯੋਗ ਵਿੱਚ ਮਰ ਜਾਂਦੀ ਹੈ। ਆਖਰੀ ਪੰਕਤੀ ਸੀ ਗੂੜ ਮੇ ਬਾਤ ਕਹੀ ਦ੍ਰਿਜ ਰਾਜ ਵਿਚਾਰ ਸਕੇ ਨਾ ਬਿਨਾ ਚਿੱਤ ਲਾਈ। ਬੜੀ ਡੂੰਗੀ ਗੱਲ ਸੀ, ਬਿਨਾ ਚਿੱਤ ਲਾਏ ਤੋਂ ਸਮਝ ਨਹੀਂ ਪੈਂਦੀ। ਤੇ ਮਹਾਰਾਜ ਨੇ ਆਖਿਆ ਸ਼ਾਬਾਸ਼ ਧੰਨਾ ਸਿੰਘ, ਅੱਜ ਤੋਂ ਬਾਅਦ ਤੂੰ ਘੋੜਿਆਂ ਦੀ ਲਿੱਦ ਨਹੀਂ ਸੁੱਟਣੀ। ਹੁਣ ਵੇਖੋ ਨਿਮਰਤਾ ਨੂੰ ਕਿੱਡੀ ਵਡਿਆਈ ਮਿਲ ਲੱਗੀ ਹੈ। ਜੇ ਤੁਸੀਂ ਵੀ ਨੀਵੇਂ ਹੋ ਕੇ ਆਏ ਨਾ, ਅਸੀਂ ਵੀ ਨੀਵੇਂ ਹੋ ਕੇ ਆਈਏ ਤੇ ਇਹ ਤੋਂ ਇਦਾਂ ਹੀ ਵਡਿਆਈਆਂ ਮਿਲਦੀਆਂ। ਕੀ ਮਿਲ ਲੱਗਾ ਧੰਨਾ ਸਿੰਘ ਨੂੰ, ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਧੰਨਾ ਸਿੰਘ ਤੂੰ ਘੋੜਿਆਂ ਦੀ ਲਿੱਦ ਨਹੀਂ ਸੁੱਟਣੀ, ਤੂੰ ਘੋੜਿਆਂ ਦਾ ਘਾਈ ਨਹੀਂ। ਮਹਾਰਾਜ ਮੈਂ ਕੀ ਗਲਤੀ ਕਰ ਦਿੱਤੀ ਵੀ ਮੈਥੋਂ ਘੋੜਿਆਂ ਦੀ ਸੇਵਾ ਖੋਹਣ ਲੱਗੇ ਜੇ। ਪਾਤਸ਼ਾਹ ਕਹਿੰਦੇ ਧੰਨਾ ਸਿੰਘ ਅੱਜ ਤੋਂ ਬਾਅਦ ਤੂੰ ਘੋੜਿਆਂ ਦਾ ਘਾਈ ਨਹੀਂ, ਤੂੰ ਗਲਤੀ ਨਹੀਂ ਕੀਤੀ। ਤੇਰੀ ਥਾਂ ਪਹਿਲਾਂ ਸੀ ਕਵੀ ਰਾਜ ਭਾਈ ਚੰਦਨ, ਇੱਕ ਸਾਰੇ ਕਵੀਆਂ ਦਾ ਰਾਜਾ ਕਵੀ ਰਾਜ ਭਾਈ ਚੰਦਨ ਸੀ। ਅੱਜ ਤੋਂ ਬਾਅਦ ਉਹਦੀ ਜਗ੍ਹਾ ਤੇ ਤੂੰ ਕਵੀ ਰਾਜ ਭਾਈ ਧੰਨਾ ਸਿੰਘ ਹੋਵੇਗਾ। ਦਸਮ ਪਾਤਸ਼ਾਹ ਨੇ ਉਸ ਘੋੜਿਆਂ ਦੇ ਘਾਈ ਨੂੰ ਸਾਰੇ ਕਵੀਆਂ ਦਾ ਸਰਦਾਰ ਬਣਾ ਦਿੱਤਾ। ਫਿਰ ਮਹਾਰਾਜ ਨੇ ਆਪਣੇ ਕਾਰ ਕਮਲਾਂ ਨਾਲ ਹੁਕਮਨਾਮੇ ਲਿਖ ਕੇ ਦਿੱਤੇ। ਫਿਰ ਪਾਤਸ਼ਾਹ ਨੇ ਇੱਕ ਪਾਵਨ ਦਸਤਾਰ ਦਿੱਤੀ, ਇੱਕ ਸਤਿਗੁਰਾਂ ਪਾਵਨ ਕੰਘਾ ਦਿੱਤਾ। ਉਹਦੀਆਂ ਤਸਵੀਰਾਂ ਸਾਡੇ ਕੋਲ ਵੀ ਲੈਪਟਾਪ ਵਿੱਚ ਮੌਜੂਦ ਨੇ। ਤੇ ਗੁਰਦੁਆਰਾ ਹੈ ਨਸ਼ਹਿਰਾ ਪਨੂਆ, ਗੁਰ ਬਖਸ਼ਿਸ਼ ਪ੍ਰਕਾਸ਼ ਕਵੀ ਰਾਜ ਭਾਈ ਧੰਨਾ ਸਿੰਘ, ਉੱਥੇ ਵੀ ਅੱਜ ਉਹ ਬਖਸ਼ਿਸ਼ਾਂ ਪਈਆਂ ਹੋਈਆਂ ਨੇ। ਕਦੀ ਜਾ ਕੇ ਦਰਸ਼ਨਦਾਰੀ ਕਰਿਓ, ਇਤਨੀ ਸੇਵਾ ਪ੍ਰਵਾਨ ਕਰਨੀ। ਸਾਥੀ ਮੇਰੇ ਪੂਜਾ ਪਿਤਾ ਉਸਤਾਦ ਜੀ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਭਾਈ ਪ੍ਰਭਜੋਤ ਸਿੰਘ ਜੀ BA ਸਰਿਆਲੀ ਕਲਾਂ, ਸਰੰਗੀ ਮਾਸਟਰ ਪ੍ਰੋਫੈਸਰ ਸਰਦਾਰ ਸੁਖਵਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ, ਢਾਡੀ ਭਾਈ ਨਿਸ਼ਾਨ ਸਿੰਘ ਜੀ ਪਾਰਸ ਨਗਰਬੂ ਨੇੜੇ ਹਰੀਕੇ, ਦਾਸ ਆਮ ਅਵਗੁਣ ਭਰੇ ਏਕ ਗੁਣ ਨਾਹੀ, ਮਨਵੀਰ ਸਿੰਘ BA ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਾਵਨ ਜਨਮ ਸਥਾਨ ਨਗਰ ਪੋਵਿੰਡ ਸਾਹਿਬ ਤੋਂ ਬੇਨਤੀ ਹੈ 25 ਜਨਵਰੀ ਰਾਤ ਤੇ 26 ਜਨਵਰੀ ਦਿਨ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਢਾਡੀ ਦਰਬਾਰ ਦੇ ਰੂਪ ਵਿੱਚ ਪੋਵਿੰਡ ਸਾਹਿਬ ਦੀ ਧਰਤੀ ਉੱਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਨੂੰ ਬੇਨਤੀ ਪਹੁੰਚਣ ਦਾ ਯਤਨ ਕਰੋ ਕਿ ਭੈਣ ਨੇ ਅਰਦਾਸ ਕਰਾਈ ਵੀ 20 ਸਾਲ ਹੋ ਗਏ ਆਨੰਦ ਕਾਰਜ ਨੂੰ, ਪਰ ਅਜੇ ਕੁੱਖ ਹਰੀ ਨਹੀਂ ਹੋਈ। ਇਹ ਤਾਂ ਗੁਰੂ ਦਾ ਦਰ ਐਸਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੀਏ ਗਣਤ ਭਰੇ ਭੰਡਾਰ। ਆਪਾਂ ਸਾਰੇ ਅਰਦਾਸ ਕਰੀਏ ਗੁਰੂ ਕਿਰਪਾ ਕਰੇ, ਜਿਹੜੀਆਂ ਭੈਣਾਂ ਦੀਆਂ ਕੁੱਖਾਂ ਹਰੀਆਂ ਨਹੀਂ ਵਾਹਿਗੁਰੂ ਭਾਗ ਲਾਵੇ ਤੇ ਉਹਨਾਂ ਦੀ ਕੁੱਖ ਤੋਂ ਕੋਈ ਭਗਤ ਸੂਰਮੇ ਦਾਨੀ ਮਹਾਬਲੀ ਯੋਧੇ ਸੂਰਮੇ ਬਾਣੀ ਨਾਲ ਜੁੜੇ ਹੋਏ, ਬਾਣੀ ਨਾਲ ਜੋੜਨ ਵਾਲੀਆਂ ਆਤਮਾਵਾਂ ਪੈਦਾ ਹੋਣ। ਅਰਦਾਸ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਕਲਗੀ ਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਇੱਕ ਬੇਨਤੀ ਹੈ, ਮੇਰੇ ਖੱਬੇ ਹੱਥ ਇਹ ਚਾਨਣੀ ਲੱਗੀ ਹੋਈ ਹੈ ਸਾਈਡ ਤੇ ਇਹਦੇ ਥੱਲੇ ਨਾ ਬੜੇ ਬੂਟੇ ਆਏ, ਮੇਰਾ ਧਿਆਨ ਪੈ ਗਿਆ। ਮੈਂ ਬੇਨਤੀ ਕਰਕੇ ਚੱਲਾਂ, ਮੈਨੂੰ ਪਤਾ ਪ੍ਰਮਾਣ ਕਰੋਗੇ, ਗੁੱਸਾ ਨਹੀਂ ਕਰੋਗੇ। ਕਿਸੇ ਬੂਟੇ ਨੂੰ ਲਾਇਆ, ਉਹਨੂੰ ਪਾਲਿਆਂ ਬੜਾ ਸਮਾਂ ਲੱਗਦਾ ਹੈ, ਬਹੁਤ ਪਾਲਣ ਵਿੱਚ ਸਮਾਂ ਲੱਗਦਾ ਹੈ, ਪਰ ਜਦੋਂ ਆਪਾਂ ਇਸ ਤਰ੍ਹਾਂ ਕਦੇ ਪ੍ਰਬੰਧ ਕਰਦੇ ਬੂਟੇ ਦਾ ਧਿਆਨ ਰੱਖਿਆ ਕਰੀਏ
ਵੱਢਣ ਲੱਗਿਆ 1 ਸੈਕਿੰਡ ਨਹੀਂ ਲੱਗਣਾ ਤੇ ਉਸ ਨੂੰ ਬੰਨ ਵਿੱਚ ਕਈ ਸਾਲ ਲੱਗ ਜਾਣੇ ਨੇ। ਆਪਾਂ ਰੁੱਖ ਲਗਾਈਏ, ਰੁੱਖ ਤੇ ਕੁੱਖ ਦੋ ਜ਼ਰੂਰੀ ਨੇ। ਜੇ ਕੁੱਖ ਨਾ ਰਹੀ ਤੇ ਮਾਂ ਨਹੀਂ ਰਵੇਗੀ, ਰੁੱਖ ਨਾ ਰਿਹਾ ਤੇ ਛਾਂ ਨਹੀਂ ਰਵੇਗੀ। ਇਹ ਦੋਵੇਂ ਬਚਾ ਲਈਏ, ਗੁਰੂ ਕਿਰਪਾ ਕਰੇ। ਇਹਨਾਂ ਦਾ ਵੀ ਧਿਆਨ ਰੱਖਣਾ। ਹੋਰ ਵੀ ਲਓ ਪਿੰਡਾਂ ਵਿੱਚ, ਜੇ ਕੁਝ ਨਹੀਂ ਨਾ ਕਰ ਸਕਦੇ ਧਰਤੀ ਦੇ ਆ ਕੇ ਜੇ ਕਹੋ ਵੀ ਅਸੀਂ ਉੱਦਾਂ ਆਏ ਤੇ ਉੱਦਾਂ ਹੀ ਚੱਲੇ, ਨਹੀਂ, ਇੱਕ ਬੜਾ ਵੱਡਾ ਕੰਮ ਕਰ ਸਕਦੇ ਨੇ। ਆਪਣੇ ਜੀਵਨ ਕਾਲ ਵਿੱਚ 5-5 ਬੂਟੇ ਲਾ ਜਾਓ, ਤੁਹਾਡੀ ਰਹਿੰਦੀ ਦੁਨੀਆ ਤੱਕ ਨਿਸ਼ਾਨੀ ਬਣੀ ਰਹੇਗੀ, ਯਾਦਗਾਰ ਬਣੀ ਰਹੇਗੀ। ਇਹ ਮੇਰੀ ਬੇਨਤੀ ਪ੍ਰਵਾਨ ਕਰਿਓ, ਜ਼ਰੂਰ ਬੂਟੇ ਲਾਓ, ਰੁੱਖ ਲਾਓ, ਬੜਾ ਜ਼ਰੂਰੀ ਹੈ ਰੁੱਖ, ਕਿਉਂਕਿ ਨਸਲਾਂ ਆਪਾਂ ਫਸਲਾਂ ਸਾਂਭੀਆਂ ਨੇ, ਹੁਣ ਨਸਲਾਂ ਵੀ ਸਾਂਭੀਏ। ਆ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ 15 ਸਾਲ ਦਾ ਬੱਚਾ ਓਵਰਡੋਜ਼ ਦੇ ਨਾਲ ਮਰ ਗਿਆ ਧੂੰਦੇ ਪਿੰਡ ਵਿੱਚ, ਗੋਇੰਦਵਾਲ ਸਾਹਿਬ ਦੇ ਨੇੜੇ। 15 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ, ਤੁਸੀਂ ਅੰਦਾਜ਼ਾ ਲਾ ਲਓ। ਉਹਨੇ ਟੀਕਾ ਲਾਇਆ ਤੇ ਉਹਦੀ ਮੌਤ ਹੋ ਗਈ ਨਸ਼ੇ ਦੇ ਨਾਲ। ਆਪਾਂ ਫਸਲਾਂ ਤੇ ਸਾਂਭੀਆਂ ਸੀ, ਸਿੱਖੋ ਇਕੱਠਿਆਂ ਹੋ ਕੇ, ਹੁਣ ਨਸਲਾਂ ਸਾਂਭ ਲਓ। ਇਸ ਪਾਸੇ ਤੋਂ ਬਚੀਏ ਵੀ ਜਿਹੜਾ ਤੁਹਾਨੂੰ ਕਹਿੰਦਾ ਮੈਂ ਸ਼ਰਾਬ ਦੀਆਂ ਪੇਟੀਆਂ ਦੇਵਾਂਗਾ, ਭੱਠੀਆਂ ਲਵਾਵਾਂਗਾ, ਉਹਦੇ ਵੱਲ ਤੇ ਮੂੰਹ ਨਹੀਂ ਕਰਨਾ, ਤੇ ਜਿਹੜਾ ਕਹਿੰਦਾ ਮੈਂ ਪਿੰਡ ਨੂੰ ਬਚਾਵਾਂਗਾ ਉਹਦਾ ਸਾਥ ਰੱਜ ਕੇ ਦਿਆ ਕਰੋ। ਇਹ ਆਪਾਂ ਨਸ਼ਿਆਂ ਤੋਂ ਵੀ ਤੋਬਾ ਕਰੋ, ਆਪਣੇ ਬੱਚਿਆਂ ਨੂੰ ਬਚਾ ਲਓ। ਜੇ ਤੁਹਾਡੇ ਬੱਚੇ ਨਾ ਰਹੇ ਤੇ ਆਉਣ ਵਾਲਾ ਭਵਿੱਖ ਖਤਰੇ ਵਿੱਚ ਹੈ। ਤੁਸੀਂ ਜਾਣਦੇ ਹੋ, ਮੈਂ ਬਹੁਤਾ ਕੁਝ ਇਸ ਬਾਰੇ ਨਹੀਂ ਬੋਲਣਾ। ਸਮੁੱਚਾ ਅਰਦਾਸਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਘਰ ਦੇ ਸਤਿਕਾਰ ਜੋ ਗ੍ਰੰਥੀ ਸਿੰਘ, ਇਹ ਬਹੁਤ ਵੱਡੀ ਪੋਸਟ ਹੁੰਦੀ ਹੈ ਵਜ਼ੀਰ ਸਿੰਘਾਂ ਦੀ। ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ ਬੜੀ ਉੱਚੀ ਸੁੱਚੀ, ਤੇ ਚੰਗੇ ਗ੍ਰੰਥੀ ਪਿੰਡਾਂ ਵਿੱਚ ਮਿਲਦੇ ਵੀ ਨਹੀਂ ਜੇ, ਇਹ ਹਕੀਕਤ ਹੈ। ਹੁਣ ਗ੍ਰੰਥੀ ਸਿੰਘ ਬਹੁਤ ਘੱਟ ਮਿਲਦੇ ਜੇ। ਅਸੀਂ ਨਕੋਦਰ ਦੀਵਾਨ ਤੇ ਗਏ, ਉਹ ਸਾਨੂੰ ਪਿੰਡ ਵਾਲਿਆਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਅਖੰਡ ਪਾਠ ਸਾਹਿਬ ਸੀ ਤੇ ਸਾਨੂੰ ਸਿੰਘ ਬਟਾਲੇ ਤੋਂ ਸੱਦਣੇ ਪਏ, ਵੀ ਪਾਟੀ ਸਿੰਘ ਨਹੀਂ ਹੁਣ ਲੱਭਦੇ, ਗ੍ਰੰਥੀ ਸਿੰਘ ਬਹੁਤ ਘੱਟ ਲੱਭਦੇ। ਜਿਹੜੇ ਲੱਭੇ ਨੇ ਨਾ ਉਹਨਾਂ ਨੂੰ ਸਾਂਭ ਕੇ ਰੱਖੀਏ, ਉਹਨਾਂ ਦਾ ਵੱਧ ਤੋਂ ਵੱਧ ਮਾਣ ਸਤਿਕਾਰ, ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਇਹ ਪਦਵੀ ਹੋਇਆ ਕਰਦੀ ਹੈ। ਤੇ ਕਿਹੜਾ ਸਿੱਖ ਹੈ ਜਿਹੜਾ ਆਖੇਗਾ ਵੀ ਬਾਬਾ ਬੁੱਢਾ ਸਾਹਿਬ ਦੀ ਪਦਵੀ ਤੇ ਹੋਵੇ ਗੁਰੂ ਦਾ ਵਜ਼ੀਰ, ਤੇ ਮੋਢਿਆਂ ਦੇ ਪਾਏ ਹੁਣ ਰਮਾਲੇ ਦੇ ਹੱਥਾਂ 'ਚ ਫੜੀਆਂ ਹੁਣ ਸੋਟੀਆਂ ਤੇ ਰੋਟੀਆਂ ਕਰਾਉਂਦਾ ਫਿਰੇ, ਨਹੀਂ। ਇਹ ਜਿਹੜੀ ਚੀਜ਼ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਚਾਹੀਦੀ ਆਪ ਪਹੁੰਚਾਇਆ ਕਰੋ, ਆਪ ਵੇਖਿਆ ਕਰੋ ਵੀ ਇਹ ਮਹਾਰਾਜ ਦੇ ਉਸ ਵੱਡੀ ਬਖਸ਼ਿਸ਼ ਬਾਬਾ ਬੁੱਢਾ ਸਾਹਿਬ ਨੇ ਇਸ ਪਾਵਨ ਸਥਾਨ ਤੇ ਬਿਠਾਇਆ ਸੀ। ਗੁਰੂ ਕਿਰਪਾ ਕਰੇ ਇਹ ਪਦਵੀਆਂ ਵਾਲੇ ਵੀ ਬਾਬਾ ਬੁੱਢਾ ਸਾਹਿਬ ਦੇ ਰਾਹ ਤੇ ਚੱਲਣ, ਤੇ ਸੇਵਾ ਕਰਨ ਵਾਲੇ ਸਾਂਭਣ ਵਾਲੇ ਵੀ ਉਸ ਗੁਰੂ ਪਾਤਸ਼ਾਹ ਦੇ ਚਲਾਏ ਹੋਏ ਮਾਰਗ ਤੇ ਚੱਲਣ। ਇਤਨੀ ਸੇਵਾ ਪ੍ਰਵਾਨ ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਭਾਜੀ ਰੇਸ਼ਮ ਸਿੰਘ ਜੀ ਆਏ ਨੇ ਚੱਕ ਡੋਗਰਾਂ ਤੋਂ, ਕੁਝ ਸਮਾਂ ਪਹਿਲਾਂ ਉੱਥੇ ਹਾਜ਼ਰੀ ਭਰੀ ਸੀ। ਉਹਨਾਂ ਸਾਰਿਆਂ ਨੇ ਤੁਹਾਡਾ ਹੁਕਮ ਸਾਡੇ ਤੱਕ ਮੋਬਾਈਲ ਦੇ ਜ਼ਰੀਏ ਪਹੁੰਚਾਇਆ। ਪਬਲਿਕ ਪ੍ਰਾਈਮ ਟੀਵੀ, ਵਾਹਿਗੁਰੂ ਕਿਰਪਾ ਕਰੇ ਵੀਰਾਂ ਨੂੰ ਬਲ ਬਖਸ਼ੇ। ਸਿੱਖੀ ਸਰੂਪ ਵਾਲੇ, ਮੈਨੂੰ ਤਾਂ ਬੜੀ ਖੁਸ਼ੀ ਹੋਈ ਵੀ ਚੈਨਲ ਵਾਲੇ ਵੀ ਸਿੱਖੀ ਸਰੂਪ ਵਾਲੇ ਵੀਰ ਨੇ, ਤੇ ਬਾਬਾ ਜੀ ਹੋਣਾ ਚੜ੍ਹਦੀ ਕਲਾ, ਸਾਊਂਡ ਵੀ ਕਿਆ ਹੀ ਬਾਤ ਹੈ। ਵਾਹਿਗੁਰੂ ਕਿਰਪਾ ਕਰੇ। ਐਸੇ ਗੁਰਸਿੱਖਾਂ ਦਾ ਸਾਥ ਦੇਣਾ ਸਾਡਾ ਫਰਜ਼ ਬਣਦਾ ਹੈ ਤੇ ਧਰਮ ਵੀ ਬਣਦਾ ਹੈ। ਮਾਈਆਂ ਭਾਈਆਂ ਬੱਚਿਆਂ ਬਜ਼ੁਰਗਾਂ ਦਾ ਸਭ ਦਾ ਧੰਨਵਾਦ ਹੈ। ਰੋਮ ਰੋਮ ਕਰਕੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ। ਸਾਨੂੰ ਹੁਣ ਇਜਾਜ਼ਤ ਦੇ ਦਿਓ, ਅਸੀਂ ਤੁਹਾਡੇ ਤੋਂ ਇੱਥੋਂ ਹੀ ਆਗਿਆ ਲੈ ਲੈਣੀ ਹੈ। ਪਿਆਰ ਸਤਿਕਾਰ ਨਾਲ ਸਮੁੱਚਾ ਅਰਦਾਸਾ ਨਾਲ ਹੀ ਸਮਾਪਤੀ ਦੀ ਫਤਿਹ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।